ਹਿਰਦੈ ਧਿਆਵੋ ਜੀ, ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਗਨ ਨਾਨਕੇ ਨਾਸਕ ਬਿਗਨਨ ਕੇ ਨਾਸਕ। ਸ੍ਰੀ ਹਰਿ ਗੋਬਿੰਦ ਸੁਭ ਸਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਸਤਿਗੁਰ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਾਰੋਂ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਵਾਰ ਵਾਰ ਜਗਦੀਸਾ। ਧਨ ਦਲੋਗ ਭਵ ਲੋਕ ਲਗ ਵਿਚਰੈ ਗਨ ਸਾਰੇ। ਜਿਨ ਕੋ ਨਾਮ ਸ਼ਹੀਦ ਹੈ ਸਭ ਪਰ ਬਲ ਧਾਰੇ। ਜਸ ਜਸ ਹੋਏ ਨ ਭਾਵਨਾ ਤਸ ਤਸ ਸਿੱਧ ਹੋਵੈ। ਭੂਤ ਪ੍ਰੇਤ ਅਸੁਰਾਨ ਪਰ ਸਭ ਕੋ ਇਹ ਜੋਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਹੋ ਰਹੀ ਗੁਰੂ ਕੀ ਸੰਗਤ। ਸਤਿਗੁਰੂ ਜੀਆਂ ਨੇ ਸਤ ਸੰਗਤ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ। ਸਤਿਗੁਰਾਂ ਦੇ ਇਤਿਹਾਸ ਦੀ ਕਥਾ ਸਰਵਨ ਕਰਨ ਵਾਸਤੇ ਆਪ ਸੰਗਤਾਂ ਗੁਰੂ ਦਰਬਾਰ ਵਿੱਚ ਪ੍ਰਾਪਤ ਹੋਏ ਹੋ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪੁੱਛਿਆ ਸੰਗਤਾਂ ਸਿੱਖਾਂ ਨੇ, ਮਹਾਰਾਜ ਸ਼ਹੀਦ ਕਿਹਨਾਂ ਨੂੰ ਕਿਹਾ ਜਾਂਦਾ ਹੈ? ਸ਼ਹੀਦਾਂ ਵਿੱਚ ਕਿੰਨੀ ਕੁ ਤਾਕਤ ਹੈ? ਸ਼ਹੀਦ ਨਿਵਾਸ ਕਿੱਥੇ ਕਰਦੇ ਨੇ? ਆਪ ਜੀ ਕਿਰਪਾ ਕਰਕੇ ਦੱਸੋ। ਧੰਨ ਗਰੀਬ ਨਵਾਜ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਸਾਹਿਬ ਜੀ ਇਹ ਜੋ ਪ੍ਰਸੰਗ ਹੈ ਇਤਿਹਾਸ ਸ਼ਹੀਦਾਂ ਦੀ ਮਹਿਮਾ ਦਾ ਸਰਵਨ ਕਰਵਾ ਰਹੇ ਨੇ। ਆਓ ਮਨ ਦੇ ਧਿਆਨ ਨੂੰ ਟਿਕਾਈਏ, ਬੜੀ ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਨ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨ ਦਲੋਗ ਭਵ ਲੋਕ ਲਗ ਵਿਚਰੈ ਗਨ ਸਾਰੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੱਸਦੇ ਕਹਿਣ ਲੱਗੇ, ਧਨ ਦਲੋਗ ਤੋਂ ਭਾਵ ਹੁੰਦਾ ਹੈ ਜੋ ਦੇਵਤਿਆਂ ਦਾ ਖਜ਼ਾਨਚੀ ਹੈ ਨਾ, ਕੁਬੇਰ। ਕੁਬੇਰ ਤੋਂ ਲੈ ਕੇ ਇਹ ਜਿੰਨੀ ਦੁਨੀਆ ਹੈ, ਜਿੰਨਾ ਸੰਸਾਰ ਹੈ, ਜਿੰਨਾ ਜਗਤ ਹੈ, ਦੇਸ਼ ਹੈ, ਪ੍ਰਦੇਸ਼ ਹੈ,
ਇਹਨਾਂ ਸਾਰਿਆਂ ਦੇ ਵਿੱਚ ਉਹ ਆਪਣੀ ਮਰਜ਼ੀ ਨਾਲ ਵਿਚਰ ਸਕਦੇ। ਇਹ ਸ਼ਹੀਦਾਂ ਦੀ ਪਹੁੰਚ ਹੈ। ਕਿਸੇ ਵੀ ਦੇਸ਼ ਦੇ ਵਿੱਚ, ਕਿਸੇ ਵੀ ਧਰਤੀ ਤੇ ਉਹ ਪਹੁੰਚਣ ਦੀ ਸਮਰੱਥਾ ਰੱਖਦੇ। ਇਕੱਲੇ ਸੰਸਾਰ ਦੀ ਗੱਲ ਨਹੀਂ ਹੈ, ਦੇਵਤਿਆਂ ਦੇ ਉੱਪਰ ਵੀ ਉਹਨਾਂ ਦਾ ਹੁਕਮ ਚੱਲਦਾ ਹੈ। ਕੁਬੇਰ ਵਰਗੇ ਜਿਹੜੇ ਹਨ ਦੇਵਤਿਆਂ ਦੇ ਖਜ਼ਾਨਚੀ, ਉਹਨਾਂ ਦੇ ਉੱਪਰ ਵੀ ਕਹਿੰਦੇ ਵੀ ਉਹਨਾਂ ਸ਼ਹੀਦਾਂ ਦਾ ਹੁਕਮ ਹੈ, ਜਿੱਥੇ ਚਾਹੁਣ ਆਪਣੀ ਮਰਜ਼ੀ ਨਾਲ ਵਿਚਰ ਸਕਦੇ ਹਨ। ਜਿਨ ਕੋ ਨਾਮ ਸ਼ਹੀਦ ਹੈ ਸਭ ਪਰ ਬਲ ਧਾਰੇ। ਜਿਨ੍ਹਾਂ ਨੂੰ ਸ਼ਹੀਦ ਆਖਿਆ ਜਾਂਦਾ ਹੈ, ਸ਼ਹੀਦ ਉਹਨੂੰ ਕਿਹਾ ਗਿਆ ਹੈ ਜਿਹਦੇ ਕੋਲ ਸਿਦਕ ਹੈ। ਸ਼ਹੀਦ ਉਹਨੂੰ ਆਖਿਆ ਜਾਂਦਾ ਜਿਹਦੇ ਕੋਲ ਨਾਮ ਦੀ ਕਮਾਈ ਹੈ। ਸ਼ਹੀਦ ਦਾ ਗੁਣ ਇਹ ਹੈ ਵੀ ਉਹ ਜੰਗ ਦੇ ਮੈਦਾਨ ਨੂੰ ਵੇਖ ਕੇ ਨੱਠਦਾ ਨਹੀਂ, ਭੱਜਦਾ ਨਹੀਂ ਹੈ। ਸਾਹਮਣੇ ਹੋ ਕੇ ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾੜੈ, ਖੇਤ ਐਸੀ ਉਹਨਾਂ ਦੀ ਕਰਨੀ ਹੈ। ਉਹਨਾਂ ਨੂੰ ਸ਼ਹੀਦ ਕਿਹਾ ਜਾਂਦਾ ਹੈ। ਤੇ ਮਹਾਰਾਜ ਕਹਿਣ ਲੱਗੇ ਜਿਨ੍ਹਾਂ ਨੂੰ ਸ਼ਹੀਦ ਆਖਿਆ ਜਾਂਦਾ ਹੈ ਨਾ, ਉਹਨਾਂ ਦਾ ਬਲ, ਉਹਨਾਂ ਦੀ ਤਾਕਤ ਸਭ ਤੋਂ ਉੱਪਰ ਹੈ। ਦੁਨੀਆ ਦੇ ਭੂਤ ਪ੍ਰੇਤ ਵਿੱਚ ਜਿੰਨੇ ਵੀ ਇਹ ਬਣਾਈਆਂ ਹੋਈਆਂ ਗੈਬੀ ਗੁਪਤ ਸ਼ਕਤੀਆਂ ਨੇ, ਇਹਨਾਂ ਸਾਰਿਆਂ ਦੇ ਉੱਪਰ ਜਿਹੜਾ ਹੁਕਮ ਹੈ ਉਹ ਸ਼ਹੀਦਾਂ ਦਾ ਕੰਮ ਕਰਦਾ ਹੈ, ਕਿਉਂਕਿ ਇਹ ਸਭ ਤੋਂ ਵੱਡੇ ਬਲ ਵਾਲੇ ਹਨ। ਜਸ ਜਸ ਹੋਏ ਨ ਭਾਵਨਾ ਤਸ ਤਸ ਸਿੱਧ ਹੋਵੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਵੇਂ ਜਿਵੇਂ ਦੀ ਇਹਨਾਂ ਸ਼ਹੀਦਾਂ ਦੀ ਭਾਵਨਾ ਹੁੰਦੀ ਹੈ, ਤੇ ਕਹਿਣ ਲੱਗੇ ਉਸ ਤਰੀਕੇ ਦੇ ਨਾਲ ਇਹਨਾਂ ਕੋਲ ਸਿੱਧੀਆਂ ਹੁੰਦੀਆਂ, ਤਾਕਤਾਂ ਹੁੰਦੀਆਂ। ਵੱਖ-ਵੱਖ ਭਾਵਨਾ ਹੈ ਸ਼ਹੀਦ ਦੀ। ਕੋਈ ਕਿਸੇ ਭਾਵਨਾ ਨਾਲ ਕੀ ਸ਼ਹੀਦ ਹੋਇਆ, ਕਿਸੇ ਦੀ ਕੋਈ ਭਾਵਨਾ ਹੈ। ਤੇ ਸਤਿਗੁਰੂ ਕਹਿਣ ਲੱਗੇ ਉਹ ਫਿਰ ਐਸੀ ਤਾਕਤ ਵਾਲੇ, ਐਸੀ ਸਿੱਧੀ ਨੂੰ ਪ੍ਰਾਪਤ ਕਰਦੇ ਹਨ। ਭੂਤ ਪ੍ਰੇਤ ਅਸਰਾਨ ਪਰ ਸਭ ਕੋ ਇਹ ਜੋਵੈ। ਤੇ ਜਿਹੜੇ ਸ਼ਹੀਦ ਹਨ ਉਹਨਾਂ ਦਾ ਹੁਕਮ ਭੂਤਾਂ ਦੇ ਉੱਪਰ ਵੀ ਚੱਲਦਾ ਹੈ। ਇਹ ਜਿਹੜੇ ਭੂਤ ਪ੍ਰੇਤ ਨੇ, ਦੁਨੀਆ ਤੇ ਰਹਿਣ ਵਾਲੇ ਮਾੜੀਆਂ ਆਤਮਾਵਾਂ ਜਿਹੜੀਆਂ ਨੇ, ਇਹਨਾਂ ਦੇ ਉੱਪਰ ਵੀ ਹੁਕਮ ਸ਼ਹੀਦਾਂ ਦਾ ਹੈ। ਸੋ ਕਹਿਣ ਲੱਗੇ ਇਸ ਤਰ੍ਹਾਂ ਉਹ ਸਾਰਿਆਂ ਦੇ ਉੱਪਰ ਆਪਣਾ ਹੁਕਮ ਕਰਦੇ, ਔਰ ਸਾਰੇ ਇਹਨਾਂ ਦੇ ਤਾਬੇਦਾਰ ਨੇ। ਜਿੰਨੇ ਵੀ ਭੂਤ ਪ੍ਰੇਤ ਨੇ ਨਾ, ਇਹ ਰਹਿਣ ਵਾਲੇ, ਵਿਚਰਨ ਵਾਲੇ, ਇਹ ਸਾਰੇ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ, ਬਾਣੀ ਦਾ ਬਚਨ ਹੈ। ਇਹ ਭੂਤਾਂ ਦੀਆਂ ਕਿਸਮਾਂ ਨੇ। ਕਿਸੇ ਨੂੰ ਭੂਤ ਕਿਹਾ, ਕਿਸੇ ਨੂੰ ਪ੍ਰੇਤ ਕਿਹਾ, ਕਿਸੇ ਨੂੰ ਮਿਰਗਾਚ ਕਿਹਾ। ਇਹ ਭੂਤਾਂ ਦੀਆਂ ਵੱਖ-ਵੱਖ ਕੈਟਾਗਰੀਆਂ ਹੀ ਮਹਾਰਾਜ ਨੇ ਇੱਥੇ ਅੰਕਿਤ ਕੀਤੀਆਂ। ਪਰ ਮਹਾਰਾਜ ਕਹਿਣ ਲੱਗੇ ਵੀ ਉਹਨਾਂ ਦੀ ਗਿਣਤੀ ਕੋਈ ਇੱਕ ਨਹੀਂ ਹੈ, ਕਰੋੜਾਂ ਦੇ ਵਿੱਚ ਉਹਨਾਂ ਦੀ ਗਿਣਤੀ ਹੈ। ਪਰ ਇੰਨੀ ਗਿਣਤੀ ਹੋਣ ਦੇ ਬਾਵਜੂਦ ਵੀ ਜਿਹੜੇ ਸ਼ਹੀਦ ਨੇ, ਉਹਨਾਂ ਦਾ ਹੁਕਮ ਇਹਨਾਂ ਦੇ ਉੱਪਰ ਚੱਲਦਾ ਹੈ। ਪਸ਼ੂ ਪੰਖੀ ਨਗ ਨਾਗ ਨਰ ਜਸ਼ ਗੰਧਰਵ ਬ੍ਰਿੰਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਹੜੇ ਪਸ਼ ਤੋਂ ਭਾਵ ਜਿਹੜੇ ਪਸ਼ੂ ਨੇ, ਪਸ਼ੂਆਂ ਦੇ ਉੱਪਰ ਵੀ ਸ਼ਹੀਦਾਂ ਦਾ ਹੁਕਮ ਹੈ। ਜਿਹੜੇ ਪੰਛੀ ਨੇ ਉੱਡਣ ਵਾਲੇ, ਉਹ ਵੀ ਸ਼ਹੀਦਾਂ ਦੇ ਹੁਕਮ ਦੇ ਵਿੱਚ, ਉੱਥੇ ਵੀ ਉਹਨਾਂ ਦਾ ਜ਼ੋਰ ਹੈ। ਅਤੇ ਇਸੇ ਤਰ੍ਹਾਂ ਮਹਾਰਾਜ ਬਖਸ਼ਿਸ਼ ਕਰਦੇ, ਨਗ ਤੋਂ ਭਾਵ ਹੈ ਗੁਰਮੁਖੋ ਪਰਬਤ। ਜਿੰਨੇ ਵੀ ਪਰਬਤ ਨੇ, ਪਰਬਤਾਂ ਦੇ ਉੱਪਰ, ਪਹਾੜਾਂ ਦੇ ਉੱਪਰ ਵੀ ਹੁਕਮ ਜਿਹੜਾ ਹੈ ਉਹ ਸ਼ਹੀਦਾਂ ਮਹਾਂਪੁਰਖਾਂ ਦਾ ਹੈ। ਨਾਗ ਤੋਂ ਭਾਵ ਹੁੰਦਾ ਜਿਹੜੇ ਵੱਡੇ ਵੱਡੇ ਨਾਗ ਨੇ, ਦੇਹ ਪਲਟਣ ਵਾਲੇ, ਸਰੂਪ ਬਦਲਣ ਵਾਲੇ, ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਇੱਛਾਧਾਰੀ ਨਾਗ। ਕਹਿਣ ਲੱਗੇ ਉਹਨਾਂ ਦੇ ਉੱਪਰ ਵੀ ਹੁਕਮ ਤੇ ਬਲ ਜਿਹੜਾ ਉਹ ਸ਼ਹੀਦਾਂ ਦਾ ਹੈ। ਇਸੇ ਤਰ੍ਹਾਂ ਜਿਹੜੇ ਮਨੁੱਖ ਨੇ, ਇਹ ਮਨੁੱਖਾਂ ਦੀ ਜਿਹੜੀ ਜੂਨ ਹੈ 7-8 ਅਰਬ ਦੀ ਇਹਨਾਂ ਦੀ ਗਿਣਤੀ ਹੈ। ਕਹਿਣ ਲੱਗੇ ਵੀ ਇਹਨਾਂ ਦੇ ਉੱਪਰ ਵੀ ਹੁਕਮ ਉਹਨਾਂ ਸ਼ਹੀਦਾਂ ਦਾ ਹੈ। ਅਤੇ ਜੱਛ ਵੀ ਇੱਕ ਗੁਰਮੁਖੋ ਕੌਮ ਹੈ। ਜਿਵੇਂ ਦੇਵਤੇ ਨੇ, ਦੈਂਤ ਨੇ, ਮਨੁੱਖ ਨੇ, ਇਸੇ ਤਰ੍ਹਾਂ ਜੱਛ ਵੀ ਇੱਕ ਤਰ੍ਹਾਂ ਦੀ ਜਾਤੀ ਹੈ, ਲੜਨ ਵਾਲੀ। ਕਹਿਣ ਲੱਗੇ ਵੀ ਉਹਨਾਂ ਦੇ ਉੱਪਰ ਵੀ ਹੁਕਮ ਸ਼ਹੀਦਾਂ ਦਾ ਚੱਲਦਾ ਹੈ। ਗੰਧਰਵ ਜਿਹੜੇ ਨੇ, ਦੇਵਤਿਆਂ ਦੀ ਸਭਾ ਵਿੱਚ ਗਾਉਣ ਵਾਲੇ, ਰਾਗ ਪੜ੍ਹਨ ਵਾਲੇ, ਨਿਰਤਕਾਰੀ ਕਰਨ ਵਾਲੇ, ਉਹ ਜਿਹੜੇ ਗੰਧਰਵ ਨੇ, ਉਹਨਾਂ ਦੇ ਉੱਪਰ ਵੀ ਉਹਨਾਂ ਸ਼ਹੀਦਾਂ ਦਾ ਹੁਕਮ ਹੈ। ਰਾਖਸ਼ ਆਦ ਅਪਸਰਾ ਧਰ ਸ਼ਕਤ ਬਿਲੰਦਾ। ਜਿਹੜੇ ਰਾਖਸ਼ ਨੇ, ਰਾਖਸ਼ ਬੁੱਧੀ ਵਾਲੇ, ਜਾਂ ਜਿਹੜੇ ਰਾਖਸ਼ ਹੋਏ ਦੁਨੀਆ ਦੇ ਵਿੱਚ, ਰਾਵਣ ਵਰਗੇ ਹੋਏ, ਇਸੇ ਤਰ੍ਹਾਂ ਹਰਨਾਕਸ਼ ਵਰਗੇ ਹੋਏ, ਮੈਖਾਸੁਰ ਵਰਗੇ ਹੋਏ, ਰਕਤ ਬੀਜ ਵਰਗੇ ਹੋਏ, ਇਹ ਜਿੰਨੇ ਵੀ ਰਾਖਸ਼ ਗਿਣੇ ਜਾਂਦੇ, ਕਹਿਣ ਲੱਗੇ ਵੀ ਇਹਨਾਂ ਦੇ ਉੱਪਰ ਵੀ ਹੁਕਮ ਸ਼ਹੀਦਾਂ ਦਾ ਹੈ।
ਸ਼ਹੀਦ ਇੰਨੇ ਬਲ ਵਾਲੇ। ਅਪਸ਼ਰਾ ਜਿਹੜੀਆਂ ਦੇਵਤਿਆਂ ਦੀਆਂ ਵਹੁਟੀਆਂ ਨੇ, ਬਹੂਆਂ ਨੇ, ਉਹਨਾਂ ਨੂੰ ਅਪਸ਼ਰਾ ਆਖਿਆ ਜਾਂਦਾ ਹੈ। ਉੱਥੇ ਵੀ ਹੁਕਮ ਸ਼ਹੀਦਾਂ ਦਾ ਹੈ। ਕਹਿਣ ਲੱਗੇ ਵੀ ਐਸੀ ਸ਼ਕਤੀ ਇਹਨਾਂ ਸ਼ਹੀਦਾਂ ਦੇ ਵਿੱਚ ਹੈ। ਸਤਿਗੁਰਾਂ ਦੇ ਕੋਲੋਂ ਪੁੱਛਿਆ ਨਾ ਵੀ ਮਹਾਰਾਜ ਸ਼ਹੀਦਾਂ ਦੇ ਕੋਲ ਤਾਕਤ ਕਿੰਨੀ ਕੁ ਹੈ, ਬਲ ਕਿੰਨਾ ਕੁ ਹੈ, ਤੇ ਮਹਾਰਾਜ ਉਸ ਬਲ ਦਾ ਇੱਥੇ ਜ਼ਿਕਰ ਕਰਦੇ ਪਏ। ਇੰਨਾ ਬਲ ਹੈ, ਭਾਵੇਂ ਪਰਬਤ ਹੈ, ਭਾਵੇਂ ਨਾਗ ਨੇ, ਭਾਵੇਂ ਦੇਵਤੇ ਨੇ, ਪਸ਼ੂ ਨੇ, ਪੰਛੀ ਨੇ, ਮਨੁੱਖ ਨੇ, ਸਾਰਿਆਂ ਦੇ ਉੱਪਰ ਹੁਕਮ ਜਿਹੜਾ ਹੈ ਉਹਨਾਂ ਸ਼ਹੀਦਾਂ ਦਾ ਕੰਮ ਕਰਦਾ ਹੈ। ਐਸਾ ਉਹਨਾਂ ਦੇ ਵਿੱਚ ਬਲ ਹੈ। ਹੁਕਮ ਸ਼ਹੀਦਨ ਕੋ ਚਲਾਏ ਇਨ ਪਰ ਸਭ ਜਾਨੋ। ਸਤਿਗੁਰੂ ਕਹਿਣ ਲੱਗੇ ਵੀ ਇਹਨਾਂ ਸ਼ਹੀਦਾਂ ਦਾ ਹੁਕਮ ਸਾਰਿਆਂ ਤੇ ਹੀ ਚੱਲਦਾ ਹੈ, ਤੁਸੀਂ ਜਾਣ ਲਓ। ਮੋਟਾ ਜਿਹਾ ਬਚਨ ਇਹ ਹੈ ਵੀ ਉਹਨਾਂ ਦਾ ਹੁਕਮ ਭਾਵੇਂ ਭੂਤ ਹੈ ਤੇ ਭਾਵੇਂ ਕੋਈ ਪ੍ਰੇਤ ਹੈ, ਭਾਵੇਂ ਕੋਈ ਦੇਵੀ ਹੈ ਜਾਂ ਦੇਵਤਾ ਹੈ, ਇਸੇ ਤਰ੍ਹਾਂ ਪਸ਼ੂ ਹੈ ਜਾਂ ਪੰਛੀ ਹੈ, ਸਾਰਿਆਂ ਦੇ ਉੱਪਰ ਹੁਕਮ ਜਿਹੜਾ ਹੈ ਉਹ ਸ਼ਹੀਦਾਂ ਦਾ ਚੱਲਦਾ ਹੈ। ਅਪਰਨ ਕੀ ਗਿਣਤੀ ਕਹਾਂ ਜਮਦੂਤ ਮਹਾਨ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬਾਕੀਆਂ ਦੀ ਗੱਲ ਛੱਡੋ, ਦੁਨੀਆ ਦੇ ਵਿੱਚ ਬੜਾ ਤਾਕਤ ਵਾਲਾ ਜਮਦੂਤ ਮੰਨਿਆ ਜਾਂਦਾ ਹੈ, ਜਿਹਨੂੰ ਆਪਾਂ ਕਹਿ ਦਿੰਦੇ ਵੀ ਧਰਮ ਰਾਜਾ ਹੈ, ਜਿਹਨੂੰ ਕਿਹਾ ਜਾਂਦਾ ਹੈ ਵੀ ਇਹ ਜਬਰਾਈਲ ਹੈ, ਇਹ ਮੇਕਾਈਲ ਹੈ, ਜਿਹੜੇ ਮੌਤ ਦੇ ਫਰਿਸ਼ਤੇ, ਜਿਨ੍ਹਾਂ ਨੂੰ ਜਮ ਆਖਿਆ ਜਾਂਦਾ, ਜਿਹੜੇ ਜੀਵ ਨੂੰ ਦੁਨੀਆ ਤੇ ਲੈ ਕੇ ਜਾਂਦੇ। ਕਹਿਣ ਲੱਗੇ ਵੀ ਉਹਨਾਂ ਜਮਾਂ ਦੇ ਵਿੱਚ ਬੜੀ ਤਾਕਤ ਹੈ, ਧਰਮਰਾਜ ਦੇ ਵਿੱਚ ਬਹੁਤ ਜ਼ਿਆਦਾ ਬਲ ਹੈ। ਕਹਿਣ ਲੱਗੇ ਜਿਹੜੇ ਦੁਨੀਆ ਦੇ ਵਿੱਚ ਵੱਡੇ ਤਾਕਤ ਵਾਲੇ ਖਵਾਉਂਦੇ ਹਨ। ਬੂਝ ਸ਼ਹੀਦਨ ਕੋ ਫਿਰੈ ਔਰ ਮੈਂ ਡਰ ਧਾਰੇ। ਇਹ ਸ਼ਹੀਦਾਂ ਦੇ ਹੁਕਮ ਤੋਂ ਬਿਨਾ ਕੁਝ ਕਰ ਨਹੀਂ ਸਕਦੇ। ਭਾਵੇਂ ਧਰਮਰਾਜ ਦੇ ਵਿੱਚ ਕਿੰਨੀ ਵੀ ਤਾਕਤ ਹੈ, ਸਾਰਿਆਂ ਦਾ ਉਹ ਨਿਆਂ ਕਰਦਾ ਹੈ। ਉਹਦੇ ਕੋਲ ਕੰਮ ਕਰਨ ਵਾਲੇ ਜਿਹੜੇ ਜਮ ਨੇ, ਜਿਹੜੇ ਸਾਰਿਆਂ ਨੂੰ ਮੌਤ ਵੰਡਦੇ ਨੇ, ਜੀਵਾਂ ਨੂੰ ਲੈ ਕੇ ਜਾਂਦੇ। ਕਹਿਣ ਲੱਗੇ ਭਾਵੇਂ ਜਮ ਤੇ ਭਾਵੇਂ ਧਰਮ ਰਾਜਾ ਹੈ, ਇਹਨਾਂ ਸਾਰਿਆਂ ਦੇ ਉੱਪਰ ਹੁਕਮ ਸ਼ਹੀਦਾਂ ਦਾ ਹੈ। ਸ਼ਹੀਦਾਂ ਦਾ ਨਾਂ ਸੁਣ ਕੇ ਤੇ ਕਹਿਣ ਲੱਗੇ ਵੀ ਇਹ ਜਿਹੜੇ ਜਮ ਨੇ ਇਹ ਵੀ ਡਰਦੇ ਨੇ, ਥਰ ਥਰ ਕੰਬਦੇ ਨੇ। ਐਸੀ ਸ਼ਹੀਦਾਂ ਦੀ ਪਹੁੰਚ ਹੈ। ਸਤਿਗੁਰਾਂ ਨੂੰ ਸਵਾਲ ਇਹ ਕੀਤਾ ਗਿਆ ਨਾ ਮਹਾਰਾਜ ਸ਼ਹੀਦ ਕਿਹਨੂੰ ਕਿਹਾ ਜਾਂਦਾ, ਉਹਨਾਂ 'ਚ ਤਾਕਤ ਕਿੰਨੀ ਕੁ ਹੈ। ਸਤਿਗੁਰੂ ਕਹਿੰਦੇ ਇਹ ਉਹਨਾਂ ਦੀ ਤਾਕਤ ਬਾਰੇ ਅਸੀਂ ਤੁਹਾਨੂੰ ਦੱਸਦੇ ਪਏ। ਧਰਮ ਰਾਜੇ ਦੇ ਸਮੇਤ ਜਿੰਨੇ ਵੀ ਜਮ ਨੇ ਉਹ ਸਾਰੇ ਸ਼ਹੀਦਾਂ ਦੇ ਕੋਲੋਂ ਥਰ ਥਰ ਕਰਕੇ ਕੰਬਦੇ, ਭੈ ਰੱਖਦੇ ਤੇ ਪੁੱਛ ਕੇ ਤੁਰਦੇ ਵੀ ਸਾਡੇ ਕੋਲੋਂ ਕੋਈ ਗਲਤੀ ਨਾ ਹੋ ਜਾਣਾ ਕਰੇ। ਲੋਕ ਕਹਿ ਬੈਤਾਲ ਇਨ ਲਖ ਭੇਦ ਉਦਾਰੇ। ਦੁਨੀਆ ਦੇ ਲੋਕ ਇਹਨਾਂ ਨੂੰ ਬੈਤਾਲ ਕਹਿੰਦੇ ਨੇ। ਬੈਤਾਲ ਆਖਿਆ ਜਾਂਦਾ ਸ਼ਹੀਦ ਨੂੰ। ਦੁਨੀਆ ਦੇ ਲੋਕ ਇਹਨਾਂ ਨੂੰ ਸ਼ਹੀਦ ਦੇ ਨਾਮ ਦੇ ਨਾਲ ਯਾਦ ਕਰਦੇ। ਇਹਨਾਂ ਦੇ ਭੇਦ ਜਿਹੜੇ ਨੇ ਉਹ ਬੇਅੰਤ ਨੇ, ਦੱਸੇ ਨਹੀਂ ਜਾ ਸਕਦੇ ਹਨ। ਸ਼ਾਸਤਰਾਂ ਕੋ ਪਠੈ ਜੋ ਸੋ ਇਨ ਕੇ ਨਾਮ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਸ਼ਾਸਤਰਾਂ ਦੇ ਵਿੱਚ ਇਹਨਾਂ ਦੇ ਵੱਖ-ਵੱਖ ਜਿਹੜੇ ਨਾਮ ਨੇ ਉਹ ਦਿੱਤੇ ਹੋਏ ਹਨ। ਵਿਦਿਆ ਧਾਰ ਭਾਖਤ ਸਕਲ ਬਿਲਸਤ ਅਬਰਮ। ਕੁਝ ਲੋਕ ਇਹਨਾਂ ਨੂੰ ਵਿਦਿਆ ਧਾਰ ਕਹਿੰਦੇ ਨੇ। ਵਿਦਿਆ ਧਾਰ ਤੋਂ ਭਾਵ ਹੁੰਦਾ ਗੁਰਮੁਖੋ ਇੱਕ ਖਾਸ ਤਰ੍ਹਾਂ ਦੇ ਦੇਵਤੇ ਜਿਨ੍ਹਾਂ ਦੇ ਵਿੱਚ ਆਕਾਸ਼ ਵਿੱਚ ਚੱਲਣ ਦੀ ਸਮਰੱਥਾ ਹੋਵੇ। ਜਿਵੇਂ ਆਪਾਂ ਧਰਤੀ ਤੇ ਚੱਲਦੇ ਆ ਨਾ, ਸਾਡੇ ਕੋਲ ਇੰਨੀ ਕੁ ਪਹੁੰਚ ਵੀ ਧਰਤੀ ਤੇ ਚੱਲ ਸਕਦੇ ਆ, ਪਰ ਅਸੀਂ ਪਾਣੀ ਦੇ ਉੱਪਰ ਨਹੀਂ ਚੱਲ ਸਕਦੇ ਜਾਂ ਆਕਾਸ਼ ਦੇ ਵਿੱਚ ਨਹੀਂ ਚੱਲ ਸਕਦੇ। ਸਾਇੰਸ ਦਾ ਯੁੱਗ ਹੈ, ਵੱਖੋ ਵੱਖਰੇ ਸਾਧਨ ਬਣਾ ਲਏ ਅਸੀਂ ਪਾਣੀ ਵਿੱਚ ਚੱਲਣ ਵਾਸਤੇ, ਆਕਾਸ਼ ਵਿੱਚ ਚੱਲਣ ਵਾਸਤੇ, ਪਰ ਅਸੀਂ ਉਹਨਾਂ ਸਾਧਨਾਂ ਦੇ ਨਾਲ ਹੀ ਜਾ ਸਕਦੇ ਹਾਂ। ਜੇ ਕੋਈ ਬੰਦਾ ਕਵੇ ਕਿ ਮੈਂ ਪਾਣੀ ਉੱਤੇ ਆਪੇ ਹੀ ਤੁਰ ਪਵਾਂਗਾ, ਆਕਾਸ਼ ਵਿੱਚ ਮੈਂ ਤੁਰ ਕੇ ਚਲਾ ਜਾਵਾਂ, ਨਹੀਂ, ਪੈਦਲ ਨਹੀਂ ਚੱਲਿਆ ਜਾ ਸਕਦਾ ਹੈ। ਪਰ ਉਸ ਪਰਮਾਤਮਾ ਨੇ ਵੱਖ-ਵੱਖ ਤਰ੍ਹਾਂ ਦੇ ਲੋਕ ਬਣਾਏ ਨੇ। ਕਈਆਂ ਵਿੱਚ ਇੰਨੀ ਪਹੁੰਚ ਮਹਾਰਾਜ ਨੇ ਪਾਈ ਹੈ ਵੀ ਉਹ ਪਾਣੀ ਦੇ ਉੱਪਰ ਵੀ ਚੱਲ ਸਕਦੇ, ਅਤੇ ਕਈਆਂ ਵਿੱਚ ਇੰਨੀ ਪਹੁੰਚ ਹੈ ਵੀ ਉਹ ਆਕਾਸ਼ ਦੇ ਵਿੱਚ ਵੀ ਵਿਚਰ ਸਕਦੇ। ਕਿਸਮ ਦੇ ਆਪਾਂ ਕਹਿ ਲਈਏ ਵੀ ਦੇਵਤੇ ਹੀ ਨੇ ਜਿਹੜੇ ਆਪਣੀ ਮਰਜ਼ੀ ਮੁਤਾਬਕ ਆਕਾਸ਼ ਦੇ ਵਿੱਚ ਵਿਚਰਦੇ ਨੇ, ਚੱਲਣ ਦੀ ਸਮਰੱਥਾ ਰੱਖਦੇ ਹਨ। ਲਖੋ ਅਸ਼ੁਭ ਇਨੋ ਮੈਂ ਸ਼ੁਭ ਹੈ ਕਨੇਰੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਹੜੇ ਆਕਾਸ਼ ਵਿੱਚ ਵਿਚਰਨ ਵਾਲੀਆਂ ਰੂਹਾਂ ਨੇ ਨਾ, ਉਹ ਸਾਰੀਆਂ ਸ਼ੁਭ ਨਹੀਂ ਹੁੰਦੀਆਂ ਤੇ ਸਾਰੀਆਂ ਅਸ਼ੁਭ ਨਹੀਂ ਹੁੰਦੀਆਂ। ਕੁਝ ਆਕਾਸ਼ ਵਿੱਚ ਚੱਲਣ ਵਾਲੇ ਉਹ ਨੇ ਜਿਨ੍ਹਾਂ ਨੂੰ ਅਸ਼ੁਭ ਮੰਨਿਆ ਜਾਂਦਾ, ਜਿਹੜੇ ਮਾੜੇ ਨੇ, ਜਿਹੜੇ ਦੁੱਖ ਦੇਣ ਵਾਲੇ। ਤੇ ਕੁਝ ਆਕਾਸ਼ ਵਿੱਚ ਉਹ ਜੀਵ ਵਰਤਦੇ ਨੇ, ਵਿਚਰਦੇ ਨੇ, ਜਿਨ੍ਹਾਂ ਨੂੰ ਸ਼ੁਭ ਮੰਨਿਆ ਜਾਂਦਾ ਹੈ, ਜਿਹੜੇ ਰੱਬ ਦੇ ਪਿਆਰੇ ਨੇ, ਭਗਤ ਨੇ, ਸੁਖ ਦੇਣ ਵਾਲੇ। ਇਸ ਤਰ੍ਹਾਂ ਦੀਆਂ ਕਈ ਨਸਲਾਂ,
ਕਈ ਰੂਹਾਂ ਜਿਹੜੀਆਂ ਨੇ ਆਕਾਸ਼ ਦੇ ਵਿੱਚ ਵਿਚਰਦੀਆਂ ਹਨ। ਹੈ ਸੁਭਾਵ ਤ੍ਰੈ ਵਿਧਨ ਗੁਣ ਸਤ ਰਜ ਤਮ ਕੇਰੇ। ਇਹਨਾਂ ਦੇ ਸੁਭਾਅ ਵੱਖੋ ਵੱਖਰੇ ਨੇ, ਕੋਈ ਰਜੋ ਗੁਣੀ ਹੈ, ਕੋਈ ਸਤੋ ਗੁਣੀ, ਕੋਈ ਤਮੋ ਗੁਣੀ ਹੈ। ਸੰਗਤ ਤੇ ਪੁਜਵਾਵਈ ਜੋ ਹੈ ਨਕੇਰੀ। ਅਤੇ ਇਹ ਆਪੋ ਆਪਣੀ ਸੰਗਤ ਕੋਲੋਂ ਪੂਜਾ ਕਰਵਾਉਂਦੇ, ਜਿਵੇਂ ਦੇਵਤੇ ਆਪਣੀ ਪੂਜਾ ਕਰਾਉਂਦੇ, ਦੈਂਤ ਆਪਣੀ ਪੂਜਾ ਕਰਾਉਂਦੇ, ਕੁਬੇਰ ਤੇ ਜਸ਼ ਦੀ ਪੂਜਾ ਆਪਣੀ ਹੁੰਦੀ ਹੈ। ਇਸੇ ਤਰ੍ਹਾਂ ਸ਼ਹੀਦਾਂ ਦੀ ਪੂਜਾ ਵੀ ਲੋਕ ਕਰਦੇ, ਆਪੋ ਆਪਣੀ ਸੰਗਤ ਤੋਂ ਪੂਜਾ ਕਰਵਾਉਂਦੇ ਹਨ। ਪੂਰੀ ਕਰਤ ਸੋ ਕਾਮਨਾ ਜਸ ਜਨ ਹੈ ਕੇਰੀ। ਜਿਹੜਾ ਸ਼ਹੀਦਾਂ ਦੀ ਸੇਵਾ ਕਰਦਾ ਹੈ, ਉਹਨਾਂ ਦੀਆਂ ਮਨ ਦੀਆਂ ਕਾਮਨਾਵਾਂ ਉਹ ਸ਼ਹੀਦ ਸਿੰਘ ਫਿਰ ਪੂਰੀਆਂ ਕਰ ਦਿੰਦੇ। ਆਪਾਂ ਦੇਖਦੇ ਨਾ ਕਈ ਸ਼ਹੀਦਾਂ ਦੇ ਨਾਮ ਤੇ ਗੁਰੂ ਘਰ ਬਣੇ ਹੋਏ, ਜਿੱਥੇ ਕਿਸੇ ਸ਼ਹੀਦ ਨੇ ਜਾਂ ਕਿਸੇ ਗੁਰਸਿੱਖ ਨੇ ਜਾਂ ਕਿਸੇ ਕਰਨੀ ਵਾਲੇ ਮਹਾਤਮਾ ਮਹਾਂਪੁਰਖ ਨੇ ਆਪਣਾ ਸਰੀਰ ਛੱਡਿਆ ਹੈ, ਜਾਂ ਆਪਣਾ ਇਸ ਤਰ੍ਹਾਂ ਕਹਿ ਲਈਏ ਵੀ ਉਹ ਜੰਗ ਮੈਦਾਨ ਵਿੱਚ ਫਟੜ ਹੋਇਆ ਤੇ ਬਾਅਦ ਵਿੱਚ ਸਰੀਰ ਛੱਡਿਆ ਹੈ, ਉਸ ਸਥਾਨ ਨੂੰ ਸ਼ਹੀਦਾਂ ਦਾ ਸਥਾਨ ਕਿਹਾ ਜਾਂਦਾ ਹੈ। ਉੱਥੇ ਫਿਰ ਜਾ ਕੇ ਸੰਗਤਾਂ ਸੇਵਾ ਕਰਦੀਆਂ ਤੇ ਸੇਵਾ ਕਰਕੇ ਫਿਰ ਉੱਥੇ ਆਪਣੀਆਂ ਮਨ ਦੀਆਂ ਕਾਮਨਾਵਾਂ ਉਹਨਾਂ ਦੀਆਂ ਪੂਰੀਆਂ ਹੁੰਦੀਆਂ। ਜਿਵੇਂ ਆਪਣੇ ਨੇੜੇ ਸਥਾਨ ਹੈ ਗੁਰਦੁਆਰਾ ਸ਼ਹੀਦਾਂ, ਸੋ ਇਹ ਸ਼ਹੀਦਾਂ ਦਾ ਸਥਾਨ ਬਣਿਆ। ਬਾਬਾ ਹਨੂਮਾਨ ਸਿੰਘ ਜੀਆਂ ਨੇ ਇੱਥੇ ਆਪਣਾ ਪੰਜ ਭੌਤਿਕ ਜਿਹੜਾ ਸਰੀਰ ਤਿਆਗਿਆ ਹੈ। ਇਸੇ ਤਰ੍ਹਾਂ ਬਾਬਾ ਸ਼ਾਮ ਸਿੰਘ ਜੀ ਅਟਾਰੀ, ਜਿਨ੍ਹਾਂ ਨੇ ਸਭਰਾਵਾਂ ਦੀ ਜੰਗ ਲੜੀ ਹੈ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਹੋ ਕੇ, ਉਹਨਾਂ ਦਾ ਸਥਾਨ ਵੀ ਬਣਿਆ ਹੋਇਆ। ਸਥਾਨ ਦਾ ਨਾਮ ਵੀ ਸ਼ਾਮ ਸਿੰਘ ਅਟਾਰੀ ਹੈ। ਇਸ ਤਰ੍ਹਾਂ ਦੀਆਂ ਬੜੀਆਂ ਥਾਵਾਂ ਜਗ੍ਹਾ ਬਣੀਆਂ ਹੋਈਆਂ। ਜਿਵੇਂ ਭਾਈ ਨੌਧ ਸਿੰਘ ਦੀ ਸਮਾਧ ਹੈ, ਉੱਥੇ ਵੀ ਸੰਗਤਾਂ ਦਰਸ਼ਨ ਕਰਦੀਆਂ, ਬੱਸਾਂ ਖੜ੍ਹ ਕੇ, ਗੱਡੀਆਂ ਖੜ੍ਹ ਕੇ ਲੋਕ ਨਮਸਕਾਰਾਂ ਕਰਕੇ ਜਾਂਦੇ। ਇਸੇ ਤਰ੍ਹਾਂ ਬਾਬਾ ਦੀਪ ਸਿੰਘ ਜੀਆਂ ਦਾ ਸਥਾਨ ਹੈ, ਜਿੱਥੇ ਉਹਨਾਂ ਦਾ ਸੀਸ ਲੱਥਾ ਹੈ, ਉਸ ਸਥਾਨ ਦੇ ਉੱਪਰ ਵੀ ਸੰਗਤਾਂ ਦਰਸ਼ਨ ਕਰਦੀਆਂ। ਐਸੇ ਸ਼ਹੀਦਾਂ ਦੀਆਂ ਕਈ ਜਗ੍ਹਾ ਨੇ, ਕੁਝ ਸੰਗਤਾਂ ਦਰਸ਼ਨ ਕਰਦੀਆਂ, ਕੁਝ ਲੋਕ ਸੇਵਾ ਕਰਦੇ। ਜਿਵੇਂ ਦੀ ਕੋਈ ਸੇਵਾ ਕਰਦਾ ਹੈ ਉਵੇਂ ਦੀਆਂ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਦੁੱਖ ਸੁੱਖ ਕੇ ਦਾਤਾ ਹੈ ਦੇਤੇ ਸਭ ਪ੍ਰਾਨੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਇਹ ਸ਼ਹੀਦ ਜਿਹੜੇ ਨੇ ਇੱਕ ਕਿਸਮ ਦੇ ਦਾਤੇ ਹੀ ਨੇ, ਜਿਹਨੂੰ ਚਾਹਣ ਸੁੱਖ ਦੇ ਸਕਦੇ, ਜਿਹਨੂੰ ਚਾਹਣ ਦੁੱਖ ਵੀ ਦਿੰਦੇ ਨੇ। ਜੇ ਕੋਈ ਉਹਨਾਂ ਦਾ ਬਚਨ ਮੰਨਦਾ ਨਹੀਂ ਨਾ, ਜਾ ਕੇ ਕੋਈ ਗੜਬੜ ਕਰਦਾ, ਕੋਈ ਗਲਤੀ ਕਰਦਾ, ਤੇ ਉਹਨੂੰ ਦੰਡ ਵੀ ਨਾਲ ਹੀ ਦਿੰਦੇ ਨੇ, ਸਜ਼ਾ ਵੀ ਦੇਣ ਦੀ ਸਮਰੱਥਾ ਰੱਖਦੇ। ਜੇ ਕੋਈ ਸੇਵਾ ਕਰਦਾ ਉਹਨੂੰ ਸੁੱਖ ਦਾ ਫਲ ਦੇਣ ਦੀ ਸਮਰੱਥਾ ਰੱਖਦੇ। ਇਸ ਤਰ੍ਹਾਂ ਇਹ ਸ਼ਹੀਦ ਸਿੰਘਾਂ ਦੇ ਵਿੱਚ ਇੰਨੀ ਤਾਕਤ ਹੈ ਵੀ ਜਿਹੜਾ ਕੋਈ ਪਾਪ ਕਰੇਗਾ ਉਹਨੂੰ ਦੁੱਖ ਦਾ ਫਲ ਵੀ ਨਾਲ ਭੁਗਤਾਇਆ ਜਾਂਦਾ ਹੈ, ਸਜ਼ਾ ਮਿਲਦੀ ਹੈ। ਜਿਹੜਾ ਕੋਈ ਸੇਵਾ ਕਰਦਾ ਉਹਨਾਂ ਨੂੰ ਫਿਰ ਸੁੱਖ ਦਾ ਫਲ, ਪਦਾਰਥ, ਵਸਤੂਆਂ ਸਭ ਕੁਝ ਪ੍ਰਾਪਤ ਹੁੰਦਾ ਹੈ। ਸਰਬ ਕਲਾ ਸਮਰੱਥ ਹੈ ਧਰ ਸ਼ਕਤ ਮਹਾਨੀ। ਇਹ ਜਿਹੜੇ ਸ਼ਹੀਦ ਨੇ ਭਾਈ, ਇਹ ਸਰਬ ਕਲਾ ਸਮਰਾਥੀ ਨੇ। ਸਾਰੀਆਂ ਤਾਕਤਾਂ, ਸ਼ਕਤੀਆਂ ਇਹਨਾਂ ਦੇ ਕੋਲ, ਪਦਾਰਥ ਜੋ ਚਾਹੁੰਦੇ ਦੇ ਸਕਦੇ, ਦਿੰਦੇ, ਐਸੀ ਸ਼ਕਤੀ ਦੇ ਮਾਲਕ ਹਨ। ਦੇਕਰ ਇਨਕੋ ਭਰਤ ਖੰਡ ਸੁਰ ਸੁਰਗ ਸਿਧਾਰੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਜਿਹੜੇ ਦੇਵਤੇ ਨੇ ਨਾ ਵੱਡੇ ਵੱਡੇ, ਆਪਣੇ ਆਪ ਨੂੰ ਬ੍ਰਹਮਾ ਵਰਗੇ ਕਹਿਣ ਵਾਲੇ, ਵਿਸ਼ਨੂੰ ਵਰਗੇ ਕਹਿਣ ਵਾਲੇ, ਸ਼ਿਵਜੀ ਵਰਗੇ ਕਹਿਣ ਵਾਲੇ, ਉਹ ਦੇਵਤੇ ਤੇ ਆਕਾਸ਼ ਵਿੱਚ ਜਾ ਕੇ ਕਿਤੇ ਰਹਿੰਦੇ। ਪਰ ਇਹ ਜਿਹੜੇ ਸ਼ਹੀਦ ਨੇ ਇਹ ਆਕਾਸ਼ ਵਿੱਚ ਵੀ ਵਿਚਰਦੇ, ਧਰਤੀ ਤੇ ਵੀ ਵਿਚਰਦੇ, ਤੇ ਸਾਰੀ ਜ਼ਿੰਮੇਵਾਰੀ ਇਹਨਾਂ ਦੇ ਕੋਲ ਹੀ ਹੈ, ਜੋ ਚਾਹੁੰਦੇ ਕਰ ਸਕਦੇ ਹਨ। ਬੈਠੇ ਜਾਏ ਨਿਚਿੰਤ ਹੋਏ ਸੰਭੀ ਸਭ ਕਾਰੇ। ਅਤੇ ਉਹ ਨਿਚਿੰਤ ਹੋ ਕੇ ਵੱਡੇ ਦੇਵਤੇ ਬੈਠ ਗਏ। ਕੋਈ ਬੈਕੁੰਠ ਵਿੱਚ ਵਾਸਾ ਕਰਦਾ, ਕੋਈ ਕੈਲਾਸ਼ 'ਚ ਵਾਸਾ ਕਰਦਾ, ਕੋਈ ਇੰਦਰਪੁਰੀ ਵਿੱਚ ਜਾ ਕੇ ਬੈਠਾ ਹੈ। ਪਰ ਮਹਾਰਾਜ ਕਹਿਣ ਲੱਗੇ ਇਹ ਜਿਹੜੇ ਸ਼ਹੀਦ ਮਹਾਂਪੁਰਖ ਨੇ, ਦੁਨੀਆ ਤੇ ਵਿਚਰਦੇ, ਸੰਸਾਰ ਤੇ ਵਿਚਰਦੇ, ਦੀਵਾਂ ਨੂੰ ਉਸ ਵੇਲੇ ਫਲ ਦਿੰਦੇ ਹਨ। ਪਹੁੰਚੈ ਜੋ ਦੇਵਨ ਸਭਨ ਅਰਪਤ ਜੇ ਪ੍ਰਾਨੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਹੜੀਆਂ ਵਸਤੂਆਂ ਆਹੂਤੀਆਂ ਦੇਵਤਿਆਂ ਨੂੰ ਪਹੁੰਚਦੀਆਂ, ਦੁਨੀਆ ਦੇ ਲੋਕ ਪ੍ਰਸ਼ਾਦ ਦਾ ਭੋਗ ਲਾਉਂਦੇ ਨਾ ਵੱਖ-ਵੱਖ ਦੇਵਤਿਆਂ ਨੂੰ, ਉਹ ਜਿਹੜੇ ਪ੍ਰਸ਼ਾਦ ਦੇ ਭੋਗ ਲੱਗਦੇ ਵਸਤੂਆਂ ਜਿਹੜੀਆਂ ਪਹੁੰਚਦੀਆਂ ਹਨ, ਹੱਥ ਸ਼ਹੀਦਨ ਹੋਏ ਕਹਿ ਜੈ ਹੈ ਸਭ ਥਾਨੀ। ਸਾਰਿਆਂ ਤੋਂ ਪਹਿਲਾਂ ਉਹਨਾਂ ਵਸਤੂਆਂ ਨੂੰ ਹੱਥ ਸ਼ਹੀਦਾਂ ਦਾ ਹੀ ਲੱਗਦਾ ਹੈ, ਫਿਰ ਉਹ ਵਸਤੂਆਂ ਵੱਖ-ਵੱਖ ਲੋਕ ਵਿੱਚ ਪਹੁੰਚਦੀਆਂ ਹਨ। ਪਰਮੇਸ਼ਰ ਕਰਤਾ ਪੁਰਖ ਇਸ ਕਾਰ ਲਗਾਏ। ਇਸ ਤਰ੍ਹਾਂ ਕਹਿੰਦੇ ਵੀ ਕਰਤਾ ਪੁਰਖ ਅਕਾਲ ਪੁਰਖ ਨੇ ਇਹਨਾਂ ਸ਼ਹੀਦਾਂ ਸਿੰਘਾਂ ਨੂੰ ਇਸ ਕੰਮ ਦੇ ਵਿੱਚ ਲਾਇਆ ਹੋਇਆ ਹੈ। ਹੋਏ ਸੁਚੇਤ ਨਿਤ ਕਰਤ ਹੈ ਕਬ ਨਹਿ ਬਿਸਰਾਏ। ਇਹ ਬੜੇ ਸਾਵਧਾਨ ਹੋ ਕੇ ਸ਼ਹੀਦ ਸੇਵਾ ਕਰਦੇ, ਲੋਕਾਈ ਦੀ, ਸੰਗਤ ਦੀ, ਕਦੇ ਵੀ ਆਪਣੀ ਸੇਵਾ ਤੋਂ ਪਰੇ ਨਹੀਂ ਹੁੰਦੇ ਹਨ। ਹੈ ਸ਼ਹੀਦ ਸਭ ਰੀਤ ਕੇ ਲਗ ਬ੍ਰਿੰਦ ਵਿਸਾਲਾ। ਮਹਾਰਾਜ ਕਹਿੰਦੇ ਵੀ ਸ਼ਹੀਦ ਕਈ ਤਰ੍ਹਾਂ ਦੇ ਨੇ, ਕੁਝ ਛੋਟੇ ਨੇ ਜਿਨ੍ਹਾਂ ਕੋਲ ਥੋੜੀਆਂ ਤਾਕਤਾਂ ਨੇ,
ਕੁਝ ਵੱਡੇ ਨੇ ਜਿਨ੍ਹਾਂ ਕੋਲ ਬਹੁਤੀਆਂ ਤਾਕਤਾਂ ਨੇ, ਛੋਟੇ ਸ਼ਹੀਦ, ਵੱਡੇ ਸ਼ਹੀਦ, ਥੋੜੀ ਸ਼ਕਤੀ ਵਾਲੇ, ਬਹੁਤੀ ਸ਼ਕਤੀ ਵਾਲੇ, ਬਹੁਤਾ ਵੱਡਾ ਫਲ ਦੇਣ ਵਾਲੇ, ਥੋੜੇ ਫਲ ਦੇਣ ਵਾਲੇ, ਕਈ ਤਰ੍ਹਾਂ ਦੇ ਸ਼ਹੀਦ ਹਨ। ਭੋਜਨ ਅਨਕ ਪ੍ਰਕਾਰ ਕੇ ਅਚਵੈ ਸਭ ਅਤੇ ਕਲ। ਸੰਗਤਾਂ ਦੇ ਕੋਲੋਂ ਫਿਰ ਕਈ ਤਰ੍ਹਾਂ ਦੇ ਭੋਜਨ ਵੀ ਛਕਦੇ ਨੇ, ਕਈ ਤਰ੍ਹਾਂ ਦੇ ਵਸਤਰ ਵੀ ਲੈਂਦੇ। ਸੰਗਤਾਂ ਭੇਟ ਕਰਦੀਆਂ ਨਾ, ਫੁੱਲ ਲਿਜਾ ਕੇ, ਫੁੱਲਾਂ ਦੀ ਮਾਲਾ ਭੇਟ ਹੁੰਦੀਆਂ, ਫੁੱਲ ਭੇਟ ਹੁੰਦੇ, ਮਿੱਠੇ ਪ੍ਰਸ਼ਾਦ ਭੇਟ ਹੁੰਦੇ, ਵਸਤਰ ਭੇਟ ਹੁੰਦੇ। ਇਸ ਤਰ੍ਹਾਂ ਸੰਗਤਾਂ ਭੇਟ ਕਰਦੀਆਂ ਹਨ। ਸੂਖਮ ਵਸਤਰਨ ਵਰਨ ਬਹੁ ਨਿਜ ਤਨ ਪਰ ਧਾਰੇ। ਕਈ ਤਰ੍ਹਾਂ ਦੇ ਵਸਤਰ, ਕਈ ਰੰਗਾਂ ਦੇ ਵਸਤਰ ਜਿਹੜੇ ਨੇ ਇਹਨਾਂ ਵਾਸਤੇ ਸੰਗਤ ਅਰਪਣ ਕਰਦੀ ਹੈ। ਅਸਵਾਰੀ ਸਭ ਰੀਤ ਕੀ ਆਰੋਹ ਬਿਹਾਰੇ। ਸਾਰੇ ਤਰ੍ਹਾਂ ਦੀ ਸਵਾਰੀ, ਘੋੜੇ ਦੀ ਸਵਾਰੀ, ਹਾਥੀ ਦੀ ਸਵਾਰੀ, ਸਾਰੇ ਤਰ੍ਹਾਂ ਦੀਆਂ ਸਵਾਰੀਆਂ ਤੇ ਸਵਾਰ ਹੁੰਦੇ ਹਨ। ਅਸਨ ਬਸਨ ਵਾਹਨ ਭਲੇ ਜੇ ਤੱਕ ਇਹ ਲੈ ਹੈ। ਅਤੇ ਚੰਗਾ ਭੋਜਨ, ਚੰਗੇ ਵਸਤਰ, ਚੰਗੇ ਆਉਣ ਜਾਣ ਦੇ ਸਾਧਨ ਸੰਗਤਾਂ ਸ਼ਹੀਦਾਂ ਨੂੰ ਆਪਣੇ ਕੀਤੀ ਹੋਈ ਕਮਾਈ ਵਿੱਚੋਂ ਭੇਟ ਕਰਦੇ ਹਨ। ਸਭੈ ਮੁਹਾਵ ਸ਼ਹੀਦ ਗਨ ਜਿਮ ਕਿਮ ਕੋ ਦੈ ਹੈ। ਕਹਿਣ ਲੱਗੇ ਵੀ ਇਸ ਤਰ੍ਹਾਂ ਇਹ ਜਿਹੜੇ ਸ਼ਹੀਦ ਹਨ, ਸਾਰਿਆਂ ਦੀਆਂ ਵਸਤੂਆਂ ਜਿਹੜੀਆਂ ਨੇ ਉਹਨਾਂ ਨੂੰ ਪ੍ਰਾਪਤ ਕਰਦੇ ਹਨ, ਲੈਂਦੇ ਹਨ, ਅਤੇ ਫਿਰ ਸਾਰਿਆਂ ਨੂੰ ਕਹਿਣ ਲੱਗੇ ਵੀ ਕੀਤੀ ਹੋਈ ਸੇਵਾ ਜਿਹੜੀ ਉਸ ਦਾ ਫਲ ਬਖਸ਼ਿਸ਼ ਕਰਦੇ ਨੇ। ਸਭ ਦੀਪਕ ਸਭ ਖੰਡ ਕੋ ਸਭ ਸੈਲਨ ਸੈਲਾ। ਜਿੰਨੇ ਦੀਪ ਨੇ, 7 ਦੀਪ ਨੇ ਸੰਸਾਰ ਦੇ ਵਿੱਚ, ਕਹਿਣ ਲੱਗੇ 7 ਦੀਪਾਂ ਦੇ ਵਿੱਚ ਤੇ 9 ਖੰਡ ਨੇ। ਮਹਾਰਾਜ ਨੇ ਲਿਖਿਆ 9 ਖੰਡ ਪ੍ਰਿਥਵੀ ਫਿਰੈ ਚਿਰਜੀਵੈ। ਇਹ 9 ਖੰਡ ਨੇ ਇਸ ਸੰਸਾਰ ਦੇ ਵਿੱਚ, 7 ਦੀਪ ਨੇ, ਉਹਨਾਂ ਸਾਰਿਆਂ ਥਾਵਾਂ ਤੇ ਇਹਨਾਂ ਸ਼ਹੀਦਾਂ ਦੀ ਪਹੁੰਚ ਹੈ। ਸਾਗਰ ਸਲਤਾ ਪਰਫਿਲ ਭੁੱਲੇ ਭਾਵੇਂ ਸਾਗਰ ਸਮੁੰਦਰ ਹੈ, ਸਮੁੰਦਰ ਦੇ ਵਿੱਚ ਵੀ ਜਿੱਥੇ ਮਰਜ਼ੀ ਜਾ ਸਕਦੇ। ਭਾਵੇਂ ਕੋਈ ਨਦੀ ਨਹਿਰ ਹੈ, ਉੱਥੇ ਵੀ ਜਿੱਥੇ ਮਰਜ਼ੀ ਜਾ ਸਕਦੇ। ਸਮੁੰਦਰਾਂ ਦੇ ਵਿੱਚ, ਨਹਿਰਾਂ ਦੇ ਵਿੱਚ, ਵੱਡੇ ਵੱਡੇ ਪਹਾੜਾਂ ਦੇ ਵਿੱਚ, ਜੰਗਲਾਂ ਦੇ ਵਿੱਚ ਇਹਨਾਂ ਦੇ ਪਹੁੰਚਣ ਦੀ, ਚੱਲਣ ਦੀ ਸਮਰੱਥਾ ਇਹਨਾਂ ਦਾ ਬਲ ਹੈ। ਅਬ ਲੋਕਾਂ ਸਭ ਥਲ ਵਿਚਰ ਪਾਇਆ ਜੋ ਤਮਾਸ਼ਾ। ਇਹ ਸਾਰਾ ਜੋ ਤਮਾਸ਼ਾ ਪ੍ਰਮਾਤਮਾ ਨੇ ਖਿਲਾਰਿਆ ਨਾ, ਸੰਸਾਰ ਬਣਾਇਆ, ਇਹ ਸਾਰੇ ਸੰਸਾਰ ਦੇ ਤਮਾਸ਼ੇ ਨੂੰ ਸ਼ਹੀਦ ਸਿੰਘ ਜਿਹੜੇ ਨੂੰ ਵਿਚਰ ਕੇ ਸਾਰਿਆਂ ਥਾਵਾਂ ਤੇ, ਪਹਾੜਾਂ ਵਿੱਚ, ਜੰਗਲਾਂ ਵਿੱਚ, ਪਰਬਤਾਂ ਵਿੱਚ, ਇਸੇ ਤਰ੍ਹਾਂ ਸਮੁੰਦਰਾਂ ਦੇ ਵਿੱਚ ਵਿਚਰ ਕੇ ਪਰਮਾਤਮਾ ਦੀ ਬਣਾਈ ਹੋਈ ਸਾਰੀ ਸ੍ਰਿਸ਼ਟੀ ਨੂੰ ਦੇਖਦੇ ਹਨ। ਜਥਾ ਵਿਪਸ਼ਚਿਤ ਨਿਰਪ ਭਇਓ ਕੀਨੀ ਤਨਿਆਸਾ। ਸੋ ਕਹਿਣ ਲੱਗੇ ਵੀ ਇੱਕ ਰਾਜਾ ਹੋਇਆ ਪਹਿਲੇ ਸਮੇਂ ਦੇ ਵਿੱਚ, ਉਸਨੇ ਜਿਸ ਤਰ੍ਹਾਂ ਦੀ ਮਨ ਵਿੱਚ ਆਸਾ ਕੀਤੀ ਹੈ। ਮਾਇਆ ਕੋ ਦੇਖਣ ਗਏ ਚੌਕੁੰਟ ਮਝਾਰਾ। ਉਸਨੇ ਮਨ ਵਿੱਚ ਇੱਛਾ ਕੀਤੀ, ਇੱਕ ਰਾਜਾ ਹੋਇਆ ਤੇ ਨਾਮ ਹੈ ਉਸਦਾ ਵਿਸਪਚਿਤ। ਉਹਨੇ ਮਨ ਵਿੱਚ ਇਹ ਇੱਛਾ ਕੀਤੀ ਵੀ ਮੈਂ ਮਾਇਆ ਦੇਖ ਕੇ ਆਵਾਂ ਵੀ ਪ੍ਰਮਾਤਮਾ ਦੀ ਮਾਇਆ ਕਿੱਥੋਂ ਕੁ ਤੱਕ ਹੈ। ਮਾਇਆ ਦੇਖਣ ਵਾਸਤੇ ਚਲਾ ਗਿਆ ਹੈ। ਦੇਖਤ ਦੇਖਤ ਨਹਿ ਮਰਿਓ ਨਹਿ ਅੰਤ ਨਿਹਾਰਾ। ਪਰਮਾਤਮਾ ਦੀ ਮਾਇਆ ਵੇਂਦਿਆਂ ਵੇਂਦਿਆਂ ਕਹਿਣ ਲੱਗੇ ਵੀ ਰਾਜਾ ਮੁੜਿਆ ਹੀ ਨਹੀਂ। ਮਾਇਆ ਦਾ ਤੇ ਅੰਤ ਨਹੀਂ ਆਇਆ, ਪਰ ਜਿਹੜਾ ਰਾਜਾ ਵੇਖਣ ਗਿਆ ਉਹਦਾ ਆਪਣਾ ਅੰਤ ਹੋ ਗਿਆ। ਗੁਰੂ ਨਾਨਕ ਦੇਵ ਮਹਾਰਾਜ ਨੇ ਬਚਨ ਲਿਖੇ, ਕਹਿਣ ਲੱਗੇ ਅੰਤ ਕਾਰਨ ਕੇਤੇ ਬਿਲ ਲਾਹੇ ਤਾਕੇ ਅੰਤ ਨਾ ਪਾਏ ਜਾਹੇ। ਇਹੋ ਅੰਤ ਨ ਜਾਣੈ ਕੋਏ ਬਹੁਤਾ ਕਹੀਐ। ਬਹੁਤਾ ਹੋਏ। ਬਿਲ ਲਾਹੇ ਤੋਂ ਭਾਵ ਹੁੰਦਾ ਗੁਰਮੁਖੋ ਵਰਲਾਪ ਕਰਨਾ। ਅੰਤ ਕਾਰਨ ਪ੍ਰਮਾਤਮਾ ਦਾ ਅੰਤ ਪਾਉਣ ਵਾਸਤੇ ਕੇਤੇ ਬਿਲ ਲਾਹੇ, ਕਿੰਨੇ ਕੁ ਵਰਲਾਪ ਕਰਦੇ ਪਏ, ਰੋਂਦੇ ਪਏ, ਜਾਂ ਕਹਿ ਲਈਏ ਵੀ ਕੋਸ਼ਿਸ਼ਾਂ ਕਰਦੇ ਪਏ ਵੀ ਮੈਂ ਰੱਬ ਦਾ ਅੰਤ ਪਾਉਣਾ ਹੈ। ਕਿੰਨੇ ਜੀਵ ਨੇ ਅੰਤ ਕਾਰਨ ਕੇਤੇ ਬਿਲ ਲਾਹੇ, ਪਰਮਾਤਮਾ ਦਾ ਅੰਤ ਪਾਉਣ ਵਾਸਤੇ, ਅੰਤ ਵੇਖਣ ਵਾਸਤੇ ਕਿੰਨੇ ਕੁ ਯਤਨ ਕਰਦੇ ਪਏ, ਕਿੰਨੇ ਕੁ ਰੋਂਦੇ ਪਏ ਵੀ ਅਸੀਂ ਕਦੋਂ ਅੰਤ ਪਾਵਾਂਗੇ। ਮਹਾਰਾਜ ਕਹਿਣ ਲੱਗੇ ਤਾਂ ਕਿ ਅੰਤ ਨਾ ਕਥਨੇ ਜਾਹੇ। ਉਹ ਜਿਹੜੇ ਅੰਤ ਪਾਉਣ ਵਾਸਤੇ ਘਰੋਂ ਚੱਲ ਪਏ ਨਾ, ਉਹਨਾਂ ਦੀ ਗਿਣਤੀ ਕੋਈ ਨਹੀਂ ਹੈ। ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ। ਉਹਨਾਂ ਦਾ ਅੰਤ ਨਹੀਂ ਪਾਉਂਦਾ ਜਿਹੜੇ ਘਰ ਛੱਡ ਕੇ ਤੁਰ ਪਏ ਰੱਬ ਦਾ ਅੰਤ ਪਾਉਣ ਵਾਸਤੇ, ਗਿਣਤੀ ਤੇ ਉਹਨਾਂ ਦੀ ਕੋਈ ਨਹੀਂ ਹੈ। ਇਹੋ ਅੰਤ ਨਾ ਜਾਣੈ ਕੋਏ, ਪਰਮਾਤਮਾ ਦਾ ਅੰਤ ਤੇ ਕਿਸੇ ਨੇ ਕੀ ਪਾਉਣਾ। ਗੁਰਮੁਖੋ ਜਿਹੜੇ ਅੰਤ ਪਾਉਣ ਵਾਸਤੇ ਤੁਰੇ ਉਹਨਾਂ ਨੂੰ ਹੀ ਗਿਣਤੀ ਕੋਈ ਨਹੀਂ ਜਾਣਦਾ, ਉਹਨਾਂ ਦਾ ਹੀ ਪਾਰਾਵਾਰ ਕੋਈ ਨਹੀਂ ਹੈ। ਇਸ ਕਰਕੇ ਬਹੁਤਾ ਕਹੀਐ ਬਹੁਤਾ ਹੋਏ। ਪਰਮਾਤਮਾ ਨੂੰ ਜਿੰਨਾ ਤੁਸੀਂ ਬਹੁਤਾ ਕਹੋਗੇ ਨਾ, ਪਰਮਾਤਮਾ ਉਸ ਤੋਂ ਵੀ ਕਿਤੇ ਅੱਗੇ ਬਹੁਤਾ ਹੈ, ਬੇਅੰਤ ਹੈ। ਬੇਅੰਤ ਬੇਅੰਤ ਨੇਤ ਨੇਤ ਕਥੰਤ ਬੇਦਾ, ਊਚ ਮੂਚ ਅਪਾਰ ਗੋਬਿੰਦ ਹੈ। ਉਸ ਪਰਮਾਤਮਾ ਨੂੰ ਤੇ ਵੇਦ ਵੀ ਬੇਅੰਤ ਕਹਿੰਦਾ ਹੈ। ਸਤਿਗੁਰੂ ਕਹਿਣ ਲੱਗੇ ਵੀ ਇੱਕ ਰਾਜਾ ਹੋਇਆ ਪਹਿਲੇ ਸਮੇਂ ਵਿੱਚ, ਉਹਦੇ ਮਨ ਵਿੱਚ ਵਿਚਾਰ ਆਈ ਵੀ ਮੇਰੇ ਕੋਲ ਬੜੀ ਸ਼ਕਤੀ ਹੈ,
ਮੈਂ ਰੱਬ ਦੀ ਮਾਇਆ ਦਾ ਅੰਤ ਪਾ ਕੇ ਆਵਾਂ। ਰੱਬ ਦਾ ਅੰਤ ਨਹੀਂ ਪਾਉਣ ਗਿਆ, ਰੱਬ ਦੀ ਮਾਇਆ ਦਾ ਅੰਤ ਪਾਉਣ ਚਲਾ ਗਿਆ। ਕਹਿਣ ਲੱਗੇ ਰੱਬ ਦੀ ਬਣਾਈ ਹੋਈ, ਪਰਮਾਤਮਾ ਦੀ ਬਣਾਈ ਹੋਈ ਮਾਇਆ, ਉਹਦਾ ਅੰਤ ਰਾਜੇ ਕੋਲੋਂ ਨਹੀਂ ਪਾਇਆ ਗਿਆ, ਰਾਜੇ ਦਾ ਆਪਣਾ ਅੰਤ ਹੋ ਗਿਆ। ਐਸੀ ਹਾਲਤ ਬਣੀ ਹੈ। ਉਹ ਪਰਮਾਤਮਾ ਐਸਾ ਹੈ ਜਿਸ ਨੇ ਐਡੀ ਵੱਡੀ ਸ੍ਰਿਸ਼ਟੀ ਬਣਾਈ ਹੈ। ਗੁਰਬਾਣੀ ਵਿੱਚ ਬਚਨ ਆਉਂਦਾ, ਕਹਿਣ ਲੱਗੇ ਵੀ ਬ੍ਰਹਮਾ ਜੀ ਨਾ ਕਮਲ ਦੇ ਫੁੱਲ ਤੋਂ ਪੈਦਾ ਹੋ ਕੇ ਤੇ ਬਾਹਰ ਬੈਠ ਗਿਆ। ਜਦੋਂ ਵੇਖਿਆ ਨਾ ਆਪਣੇ ਸੱਜੇ ਖੱਬੇ ਅੱਗੇ ਪਿੱਛੇ ਕੋਈ ਨਹੀਂ ਹੈ, ਪਾਣੀ ਪਾਣੀ, ਸਮੁੰਦਰ ਹੀ ਸਮੁੰਦਰ ਦਿਸਦਾ ਪਿਆ। ਨਾਵ ਕਮਲ ਤੇ ਬ੍ਰਹਮਾ ਉਪਜੇ, ਵੇਦ ਪੜ੍ਹੇ ਮੁਖ ਕੰਠ ਸਵਾਰ, ਤਾਕੋ ਅੰਤ ਨ ਜਾਈ ਲਖਣਾ, ਆਵਤ ਜਾਤ ਰਹਿ ਗੁਬਾਰ। ਗੁਰਬਾਣੀ ਦਾ ਬਚਨ ਹੈ। ਜਦੋਂ ਬ੍ਰਹਮਾ ਕਹਿੰਦੇ ਕਮਲ ਤੋਂ ਪੈਦਾ ਹੋ ਕੇ ਕਮਲ ਦੇ ਉੱਪਰ ਬੈਠ ਗਿਆ, ਸੱਜੇ ਖੱਬੇ ਵੇਖਿਆ ਵੀ ਹੈ ਹੀ ਕੋਈ ਨਹੀਂ ਮੇਰੇ ਬਿਨਾ। ਤੇ ਥੋੜੇ ਸਮੇਂ ਬਾਅਦ ਮਨ ਵਿੱਚ ਗੱਲ ਆਈ, ਕਹਿਣ ਲੱਗਾ ਵੀ ਲੈ ਮੈਂ ਤੇ ਰੱਬ ਹਾਂ, ਮੈਂ ਹੀ ਹਾਂ ਖੁਦਾ, ਮੈਂ ਹੀ ਹਾਂ ਪਰਮੇਸ਼ਰ, ਮੈਨੂੰ ਨਹੀਂ ਕਿਸੇ ਨੇ ਬਣਾਇਆ, ਮੈਂ ਆਪਣੇ ਆਪ ਤੋਂ ਹੀ ਬਣਿਆ, ਮੈਂ ਹੀ ਦੁਨੀਆ ਦਾ ਭਗਵਾਨ ਹਾਂ। ਜਦੋਂ ਇਹ ਗੱਲ ਮਨ ਵਿੱਚ ਆਈ ਤੇ ਕਮਲ ਦੇ ਫੁੱਲ ਵਿੱਚੋਂ ਆਵਾਜ਼ ਆਈ, ਕਹਿਣ ਲੱਗੇ ਬ੍ਰਹਮਾ ਮਾਨ ਨਾ ਕਰ, ਅਹੰਕਾਰ ਨਾ ਕਰ, ਤੂੰ ਆਪਣੇ ਆਪ ਤੋਂ ਨਹੀਂ ਪੈਦਾ ਹੋਇਆ, ਤੂੰ ਆ ਕਮਲ ਦੇ ਫੁੱਲ ਵਿੱਚੋਂ ਪੈਦਾ ਹੋਇਆ। ਜਦੋਂ ਇਹ ਗੱਲ ਸੁਣੀ ਤੇ ਮਾਨ ਜਦੋਂ ਬੰਦੇ ਨੂੰ ਹੋ ਜਾਵੇ ਨਾ, ਉਹ ਕਹਿੰਦਾ ਵੀ ਮੈਂ ਐਡਾ ਵੱਡਾ ਬ੍ਰਹਮਾ, ਐਡਾ ਵੱਡਾ ਦੇਵਤਾ, ਆ ਨਿੱਕਾ ਜਿਹਾ ਕਮਲ ਦਾ ਫੁੱਲ, ਮੈਂ ਇਹਦੇ ਵਿੱਚੋਂ ਕਿਵੇਂ ਪੈਦਾ ਹੋ ਸਕਦਾ? ਨਹੀਂ, ਮੈਂ ਨਹੀਂ ਹੋਇਆ, ਜਾਣ ਕੇ ਕੋਈ ਕਹਿ ਰਿਹਾ। ਆਪਣੇ ਆਪ ਨੂੰ ਵੱਡਾ ਦੱਸਣ ਵਾਸਤੇ, ਕਮਲ ਦੇ ਫੁੱਲ ਨੂੰ ਨਿੱਕਾ ਜਿਹਾ ਦੱਸਣ ਵਾਸਤੇ ਇਹਨੇ ਆਪਣੇ ਪੈਰ ਦਾ ਠੁੱਡਾ ਮਾਰਿਆ, ਠੋਕਰ ਮਾਰੀ ਕਮਲ ਦੇ ਫੁੱਲ ਨੂੰ, ਵੀ ਇਹ ਕੀ ਹੈ ਮੇਰੇ ਸਾਹਮਣੇ, ਤੁੱਛ ਹੈ, ਨਿੱਕਾ ਜਿਹਾ, ਮੈਂ ਤੇ ਏਡਾ ਵੱਡਾ। ਜਦੋਂ ਪੈਰ ਦੀ ਠੋਕਰ ਮਾਰੀ ਤੇ ਕਹਿਣ ਲੱਗੇ ਬ੍ਰਹਮਾ ਉਸ ਫੁੱਲ ਦੇ ਉੱਪਰ ਹੀ ਡਿੱਗ ਪਿਆ ਤੇ ਫੁੱਲ ਦੇ ਥੱਲੇ ਇੱਕ ਨਾਲੀ ਹੈ, ਉਸ ਨਾਲੀ ਦੇ ਵਿੱਚ ਪੈ ਗਿਆ, ਸਿਰ ਥੱਲੇ ਨੂੰ ਹੋ ਗਿਆ, ਪੈਰ ਉੱਪਰ ਨੂੰ ਹੋ ਗਏ। ਉਸ ਨਾਲੀ ਦੇ ਵਿੱਚ ਇੰਨਾ ਤੁਰਿਆ, ਇੰਨਾ ਤੁਰਿਆ, ਇੰਨਾ ਥੱਲੇ ਨੂੰ ਗਿਆ, ਮਹਾਰਾਜ ਕਹਿੰਦੇ ਵੀ 18 ਯੁੱਗ ਲੱਗ ਗਏ ਥੱਲੇ ਨੂੰ ਜਾਂਦਿਆਂ ਜਾਂਦਿਆਂ। ਜਦੋਂ 18 ਯੁੱਗ ਪੁੱਠਾ ਹੀ ਟੰਗਿਆ ਰਿਹਾ ਨਾ, ਸਿੱਧਾ ਹੋਣ ਦਾ ਮੌਕਾ ਹੀ ਨਾ ਮਿਲਿਆ ਤੇ ਥੱਲੇ ਨੂੰ ਤੁਰਿਆ ਜਾਂਦਾ। ਫਿਰ ਜਾ ਕੇ ਅਕਲ ਆਈ, ਸਮਝ ਆਈ ਵੀ ਕੋਈ ਹੈ ਮੇਰੇ ਤੋਂ ਬਿਨਾ, ਜਿੰਨੇ ਆ ਕਮਲ ਦਾ ਫੁੱਲ ਹੀ ਏਡਾ ਬਣਾ ਛੱਡਿਆ ਵੀ ਮੈਂ ਹੀ ਉਹਦਾ ਅੰਤ ਨਹੀਂ ਪਾ ਸਕਦਾ। ਕੋਈ ਹੈ ਮੇਰੇ ਤੋਂ ਬਿਨਾ, ਐਡੀ ਵੱਡੀ ਤਾਕਤ, ਜਿਨੇ ਕਮਲ ਦੇ ਫੁੱਲ ਦੀ ਥੱਲੇ ਨਾਲੀ ਏਡੀ ਲੰਮੀ ਬਣਾ ਦਿੱਤੀ ਹੈ। ਫਿਰ ਉਸ ਬ੍ਰਹਮਾ ਨੇ ਰੱਬ ਨੂੰ ਯਾਦ ਕੀਤਾ, ਹੈ ਪ੍ਰਮਾਤਮਾ ਮੇਰੇ ਕੋਲੋਂ ਗੁਨਾਹ ਹੋ ਗਿਆ, ਮੈਂ ਮਾਨ ਕਰ ਬੈਠਾ, ਹੁਣ ਕਿਰਪਾ ਕਰ ਵੀ ਮੈਨੂੰ ਇਹਦੇ ਵਿੱਚੋਂ ਬਾਹਰ ਕੱਢ। ਜਦੋਂ ਵਾਰ-ਵਾਰ ਅਰਦਾਸਾਂ ਕੀਤੀਆਂ ਨਾ ਤੇ ਰੱਬ ਫਿਰ ਖੁਸ਼ ਹੋਇਆ ਪਰਮਾਤਮਾ, ਫਿਰ ਉਸ ਨੂੰ ਕਮਲ ਦੀ ਨਾਲੀ ਵਿੱਚੋਂ ਬਾਹਰ ਕੱਢਿਆ। ਤੇ ਵਿਦਵਾਨ ਕਹਿੰਦੇ ਵੀ 18 ਯੁੱਗ ਥੱਲੇ ਜਾਂਦਿਆਂ ਲੱਗੇ ਤੇ 18 ਹੀ ਯੁੱਗ ਉੱਪਰ ਨੂੰ ਆਉਂਦਿਆਂ ਲੱਗੇ। 36 ਯੁੱਗ ਕੀਨੀ ਗੁਬਾਰੇ, ਤਾੜੀ ਲਾਈ ਸਿਰਜਣਹਾਰੇ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਵੀ 36 ਯੁੱਗ ਘੁੱਪ ਹਨੇਰਾ ਹੀ ਦੁਨੀਆ ਤੇ ਬਣਿਆ ਰਿਹਾ, 18 ਯੁੱਗ ਥੱਲੇ ਨੂੰ ਤੇ 18 ਯੁੱਗ ਹੀ ਬਾਹਰ ਆਉਂਦਿਆਂ ਉਹਨੂੰ ਲੱਗੇ। 18 ਤੇ 18 36 ਯੁੱਗ ਦਾ ਸਮਾਂ ਐਸੇ ਤਰ੍ਹਾਂ ਬ੍ਰਹਮਾ ਵਰਗਿਆਂ ਦਾ ਬਤੀਤ ਹੋ ਗਿਆ। ਇੰਨਾ ਸਮਾਂ ਗਵਾ ਕੇ ਫਿਰ ਉਹਨੂੰ ਅਕਲ ਆਈ ਵੀ ਮੇਰੇ ਤੋਂ ਬਿਨਾਂ ਵੀ ਕੋਈ ਦੂਜੀ ਤਾਕਤ ਹੈ। ਇੱਥੇ ਤੇ ਬ੍ਰਹਮਾ ਵਰਗੇ ਨਹੀਂ ਅੰਤ ਪਾ ਸਕੇ, ਜਿਹੜੇ 18 ਯੁੱਗ ਪੁੱਠੇ ਲੜਕਦੇ ਰਹੇ ਤੇ 18 ਯੁੱਗ ਬਾਹਰ ਨਿਕਲਣ ਲੱਗਿਆਂ ਲਾ ਛੱਡੇ। ਬ੍ਰਹਮਾ ਨੇ ਅੰਤ ਨਹੀਂ ਪਾਇਆ ਪਰਮਾਤਮਾ ਦਾ, ਤੇ ਦੁਨੀਆ ਦੇ ਵਿੱਚ ਕੌਣ ਅੰਤ ਪਾ ਸਕਦਾ ਹੈ? ਉਹ ਬੇਅੰਤ ਹੈ, ਅਗਮ ਅਗੋਚਰਾ, ਤੇਰਾ ਅੰਤ ਨਾ ਪਾਇਆ। ਗੁਰੂ ਅਮਰਦਾਸ ਪਾਤਸ਼ਾਹ ਦਾ ਬਚਨ, ਕਹਿਣ ਲੱਗੇ ਤੇਰਾ ਅੰਤ ਨਹੀਂ ਕਿਸੇ ਨੇ ਪਾਇਆ, ਅੰਤ ਨਾ ਪਾਇਆ ਕਿਨਹਿ ਤੇਰਾ, ਆਪਣਾ ਆਪ ਤੂੰ ਜਾਣੇ। ਇਹ ਗੁਰਬਾਣੀ ਦੇ ਮਹਾਵਾਕ ਨੇ। ਸਤਿਗੁਰੂ ਕਹਿਣ ਲੱਗੇ ਉਹ ਰਾਜਾ ਜਿਹੜਾ ਗਿਆ ਨਾ ਅੰਤ ਪਾਉਣ ਵਾਸਤੇ, ਉਹ ਰਾਜੇ ਦਾ ਆਪਣਾ ਹੀ ਅੰਤ ਹੋ ਗਿਆ, ਪਰ ਰੱਬ ਦਾ ਅੰਤ ਕੋਈ ਨਹੀਂ ਪਾਇਆ ਉਸਨੇ। ਇੱਥੇ ਆਪਾਂ ਇਹ ਸਾਖੀ ਵੀ ਸਰਵਣ ਕਰ ਲਈ ਹੈ ਵੀ ਇੱਥੇ ਤੇ ਬ੍ਰਹਮਾ ਵਰਗੇ ਨਹੀਂ ਅੰਤ ਪਾ ਸਕੇ, ਆਪਾਂ ਕਿਵੇਂ ਪਾ ਸਕਦੇ ਹਾਂ? ਉਹ ਪਰਮਾਤਮਾ ਐਸਾ ਬੇਅੰਤ ਹੈ। ਤਿਮ ਹੀ ਸਕਲ ਸ਼ਹੀਦ, ਇਹ ਜਗ ਪਿਖੈ ਤਮਾਸ਼ਾ। ਇਸੇ ਤਰ੍ਹਾਂ ਇਹ ਜਿਹੜੇ ਸ਼ਹੀਦ ਨੇ ਨਾ ਗੁਰਮੁਖੋ, ਇਹ ਵੀ ਬੜੇ ਵੱਡੇ ਬੇਅੰਤ ਨੇ, ਦੁਨੀਆ ਦਾ ਤਮਾਸ਼ਾ ਵੇਖਦੇ ਨੇ ਵੀ ਕੌਣ ਕੀ ਕਰਦਾ ਹੈ। ਦੇਵਤਿਆਂ ਦਾ ਵੀ ਕੰਮ ਵੇਖਦੇ, ਦੰਤਾਂ ਦਾ ਵੀ ਵੇਖਦੇ, ਮਨੁੱਖਾਂ ਦਾ ਵੀ ਵੇਖਦੇ, ਪਸ਼ੂ ਪੰਛੀਆਂ ਦਾ ਵੇਖਦੇ। ਜਿਵੇਂ ਮਹਾਰਾਜ ਨੇ ਲਿਖਿਆ ਨਾ, ਦੇਖਣ ਆਇਓ ਜਗਤ ਤਮਾਸ਼ਾ, ਮੈਂ ਹਾਂ ਪਰਮ ਪੁਰਖ ਕੋ ਦਾਸਾ। ਸਤਿਗੁਰੂ ਕਹਿੰਦੇ ਮੈਂ ਤੇ ਪਰਮੇਸ਼ਰ ਦਾ ਦਾਸ, ਮੈਂ ਤੇ ਦੁਨੀਆ ਦਾ ਤਮਾਸ਼ਾ ਮੌਜ ਮੇਲਾ ਵੇਖਣ ਆਇਆ ਵੀ ਦੁਨੀਆ ਕੀ ਕਰਦੀ ਹੈ।
ਸਤਿਗੁਰੂ ਕਹਿਣ ਲੱਗੇ ਵੀ ਇਸੇ ਤਰ੍ਹਾਂ ਇਹ ਜਿਹੜੇ ਸ਼ਹੀਦ ਮਹਾਂਪੁਰਖ ਨੇ ਨਾ, ਇਹ ਦੁਨੀਆ ਦਾ ਤਮਾਸ਼ਾ, ਇਹ ਦੁਨੀਆ ਦੇ ਰੰਗ ਬਰੰਗ ਸਭ ਕੁਝ ਦੇਖਦੇ ਹਨ। ਤਨ ਜੋਨੀ ਅਪਰ ਨ ਧਰੈ ਜਿਮ ਜੀਵ ਸੋ ਆਸਾ। ਸੋ ਕਹਿਣ ਲੱਗੇ ਵੀ ਇਹ ਆਪਣੇ ਵਾਂਗ ਸਰੀਰ ਨਹੀਂ ਬਦਲਦੇ। ਜਿਵੇਂ ਆਪਾਂ ਆ ਨਾ, ਮੰਨ ਲਓ ਹੁਣ ਮਨੁੱਖਾ ਜਨਮ ਚ ਆਏ ਆ, ਜਦੋਂ ਸਾਡੀ ਉਮਰਾਂ ਪੂਰੀ ਹੋ ਗਈ ਅਸੀਂ ਸਰੀਰ ਛੱਡਾਂਗੇ, ਫਿਰ ਅਸੀਂ ਦੂਜੀ ਜੂਨ ਵਿੱਚ ਪੈ ਜਾਵਾਂਗੇ, ਦੂਜਾ ਸਰੀਰ ਮਿਲੇਗਾ, ਤੀਜਾ ਸਰੀਰ ਮਿਲੇਗਾ, ਪਤਾ ਨਹੀਂ ਕਿੰਨੇ ਕੁ ਸਰੀਰਾਂ ਵਿੱਚ ਆਵਾਂ ਜਾਵਾਂਗੇ। ਪਰ ਕਹਿਣ ਲੱਗੇ ਵੀ ਸ਼ਹੀਦਾਂ ਨੂੰ ਵਾਰ-ਵਾਰ ਫਿਰ ਸਰੀਰ ਨਹੀਂ ਮਿਲਦਾ, ਉਹ ਸਾਡੇ ਵਾਂਗ ਵੱਖਰੇ ਵੱਖਰੇ ਸਰੀਰਾਂ ਵਿੱਚ ਨਹੀਂ ਜਾਂਦੇ, ਉਹਨਾਂ ਨੂੰ ਸਰੀਰ ਧਾਰਨ ਕਰਨ ਦੀ ਲੋੜ ਹੀ ਨਹੀਂ ਪੈਂਦੀ ਹੈ। ਐਸੀ ਸਮਰੱਥਾ ਹੈ ਵੀ ਉਹ ਸਰੀਰ ਬਣਾ ਕੇ ਆਮ ਜੀਵ ਜੰਤੂਆਂ ਦੇ ਵਾਂਗ ਜੂਨਾਂ ਦੇ ਵਿੱਚ ਨਹੀਂ ਜਾਂਦੇ ਹਨ। ਭਰਮਤ ਨਹਿ ਮਰਬੇ ਜਨਮ ਸਿਰ ਪਰ ਗੁਰ ਪੂਰਾ। ਨਾ ਹੀ ਉਹ ਭਰਮਦੇ ਨੇ 84 ਲੱਖ ਜੂਨਾਂ ਵਿੱਚ, ਨਾ ਹੀ ਉਹ ਜੰਮ ਕੇ ਆਉਂਦੇ, ਨਾ ਹੀ ਉਹ ਮਰ ਕੇ ਜਾਂਦੇ। ਮਹਾਰਾਜ ਨੂੰ ਪੁੱਛਿਆ, ਮਹਾਰਾਜ ਕਿਉਂ? ਸਤਿਗੁਰੂ ਕਹਿਣ ਲੱਗੇ, ਉਹਨਾਂ ਦੇ ਉੱਪਰ ਪੂਰੇ ਗੁਰੂ ਦਾ ਹੱਥ ਹੈ, ਸਿਰ ਉੱਪਰ ਠਾਡਾ ਗੁਰ ਸੂਰਾ, ਨਾਨਕ ਤਾਕੇ ਕਾਰਜ ਪੂਰਾ। ਸਤਿਗੁਰੂ ਕਹਿਣ ਲੱਗੇ, ਸਿੱਖਾਂ ਨੇ ਪੁੱਛਿਆ ਨਾ ਵੀ ਮਹਾਰਾਜ ਉਹ ਸ਼ਹੀਦ ਫਿਰ ਜੰਮਦੇ ਕਿਉਂ ਨਹੀਂ, ਜਾਂ ਉਹਨਾਂ ਦੀ ਮੌਤ ਕਿਉਂ ਨਹੀਂ ਹੁੰਦੀ ਹੈ, ਜਾਂ ਸੰਸਾਰ ਦੇ ਵਿੱਚ ਉਹ ਫਿਰ ਇਸ ਤਰ੍ਹਾਂ ਕਿਉਂ ਨਹੀਂ ਆਪਣੇ ਜਨਮਾਂ ਨੂੰ ਭੋਗਦੇ। ਮਹਾਰਾਜ ਕਹਿਣ ਲੱਗੇ, ਉਹਦਾ ਕਾਰਨ ਇਹ ਹੈ, ਉਹਨਾਂ ਸ਼ਹੀਦ ਮਹਾਂਪੁਰਖਾਂ ਦੇ ਸੀਸ ਦੇ ਉੱਪਰ ਪੂਰੇ ਗੁਰੂ ਦਾ ਹੱਥ ਹੈ, ਇਸ ਕਰਕੇ ਉਹ ਜੰਮਣ ਮਰਨ ਤੋਂ ਰਹਿਤ ਹਨ। ਪਾਲੀ ਸਭ ਸੰਭਾਲੇ ਕਹਿ ਕਹਿ ਬਚਰੂਰਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਅਸੀਂ ਆ ਪਾਲੀ। ਪਾਲੀ ਤੋਂ ਭਾਵ ਹੁੰਦਾ ਸੰਭਾਲਣ ਵਾਲਾ। ਜਿਵੇਂ ਮੱਝਾਂ ਚਾਰਨ ਵਾਲਾ ਮੱਝਾਂ ਨੂੰ ਚਾਰ ਕੇ ਤੇ ਸਾਂਭ ਲੈਂਦਾ ਨਾ, ਮਹਾਰਾਜ ਕਹਿੰਦੇ ਇਸੇ ਤਰ੍ਹਾਂ ਅਸੀਂ ਪਾਲੀ ਹਾਂ, ਸਾਰਿਆਂ ਨੂੰ ਪਾਲਣ ਵਾਲੇ। ਉਹਨਾਂ ਸ਼ਹੀਦਾਂ ਮਹਾਂਪੁਰਖਾਂ ਦੇ ਵੀ ਅਸੀਂ ਪਾਲੀ ਹਾਂ, ਉਹਨਾਂ ਨੂੰ ਸਾਂਭ ਲੈਂਦੇ ਹਾਂ, ਐਸਾ ਉਹਨਾਂ ਨੂੰ ਸ਼ਰਨ ਵਿੱਚ ਰੱਖਦੇ ਹਾਂ। ਸਬਲ ਸਮੂਹ ਸ਼ਹੀਦ ਕੀ ਗਾਤ ਮਿਤ ਲਖ ਐਸੇ। ਕਹਿਣ ਲੱਗੇ ਵੀ ਜਿੰਨੇ ਵੀ ਸ਼ਹੀਦ ਮਹਾਂਪੁਰਖ ਨੇ ਉਹਨਾਂ ਦੀ ਗਾਤ ਬੇਅੰਤ ਹੈ, ਉਹਨਾਂ ਦੀ ਮਰਿਆਦਾ ਵੀ ਬੇਅੰਤ ਹੈ, ਉਹਨਾਂ ਦੀ ਪਹੁੰਚ ਵੀ ਬੇਅੰਤ ਹੈ। ਤੁਮ ਮੇਰੇ ਪ੍ਰਿਯ ਸਿੱਖ ਹੋ ਬੂਝੀ ਕਹਿ ਤੈਸੇ। ਸਤਿਗੁਰੂ ਪਾਤਸ਼ਾਹ ਕਹਿੰਦੇ ਜਿਵੇਂ ਤੁਸੀਂ ਸਾਡੇ ਤੋਂ ਪੁੱਛਿਆ ਉਵੇਂ ਅਸੀਂ ਤੁਹਾਨੂੰ ਦੱਸ ਦਿੱਤੇ ਬਚਨ। ਹੈ ਨਾਥ ਜੇ ਸ਼ਕਤ ਧਰ ਤਿਨ ਸੰਗਤ ਜੋਈ। ਜਿਹੜੇ ਦੁਨੀਆ ਦੇ ਵਿੱਚ ਨਾਥ ਹੋਏ ਨੇ, 9 ਨਾਥ ਮੰਨੇ ਨੇ, ਜਿਵੇਂ 84 ਸਿੱਧ ਨੇ ਨਾ ਗੁਰਮੁਖੋ, ਇਸੇ ਤਰ੍ਹਾਂ 84 ਸਿੱਧ ਨੇ ਤੇ 9 ਨਾਥ ਹਨ। ਇਹ ਬੜੇ ਸ਼ਕਤੀ ਵਾਲੇ ਹੋਏ ਹਨ। ਸਿੱਧ ਹੈ ਸਮੁਦਾਇ ਸੋ ਸਿੱਧੀ ਧਰ ਸੋਈ। ਕਿਉਂਕਿ ਸਿੱਧ ਉਹਨੂੰ ਕਿਹਾ ਜਾਂਦਾ ਹੈ ਜਿਹਦੇ ਕੋਲ ਸਿੱਧੀ ਹੈ। ਸਿੱਧੀ ਨਾਮ ਹੈ ਸ਼ਕਤੀ ਦਾ। ਜਿਹਦੇ ਕੋਲ ਸਿੱਧੀ ਹੈ ਨਾ ਸ਼ਕਤੀ, ਉਹਨੂੰ ਸਿੱਧ ਕਿਹਾ ਜਾਂਦਾ ਹੈ, ਭਾਵ ਕਿ ਸ਼ਕਤੀ ਵਾਲਾ ਕਿਹਾ ਜਾਂਦਾ ਹੈ। ਕਹੈ ਦੀਨ ਵਾਲੀ ਜਿਸੈ ਬਹੁ ਦੀਨ ਕਮਾਵੇ। ਜਿਸ ਨੂੰ ਦੀਨ ਵਾਲੀ ਕਹਿ ਕੇ ਦੀਨ ਕਮਾਇਆ ਜਾਂਦਾ, ਜਿਸ ਨੂੰ ਦੀਨ ਦੁਨੀਆ ਦਾ ਮਾਲਕ ਕਹਿ ਕੇ ਨਾਮ ਦੀ ਕਮਾਈ ਕੀਤੀ ਜਾਂਦੀ ਹੈ। ਲੱਖ ਹੋ ਮੁਹੰਮਦ ਕੀ ਹੈ ਤਹ ਨਿਕਟ ਰਹਾਵੇ। ਇਸੇ ਤਰ੍ਹਾਂ ਕਹਿਣ ਲੱਗੇ ਮੁਹੰਮਦ ਜਿਹੜਾ ਹੋਇਆ ਨਾ, ਮੁਹੰਮਦ ਨਾਮ ਦਾ ਇੱਕ ਪੀਰ ਹੋਇਆ, ਕਹਿਣ ਲੱਗੇ ਵੀ ਉਹਦੇ ਵੀ ਬਹੁਤ ਜ਼ਿਆਦੇ ਜਿਹੜੇ ਹਨ ਪੈਰੋਕਾਰ ਨੇ ਮੰਨਣ ਵਾਲੇ। ਮੁਹੰਮਦ ਜਿਹੜਾ ਹੋਇਆ ਹੈ ਨਾ ਪੈਗੰਬਰ, ਕਹਿਣ ਲੱਗੇ ਵੀ ਲੱਖਾਂ ਲੋਕ ਉਸ ਨੂੰ ਮੰਨਣ ਵਾਲੇ ਹਨ। ਲਖੋ ਮੁਹੰਮਦ ਕੀ ਹੈ ਤਹ ਨਿਕਟ ਰਹਾਵੇ। ਨਾਮ ਜਨਾਇਤ ਤਾਹੇ ਕੋ ਜਗ ਵਿਖੈ ਕਹਾਵੇ। ਉਸ ਦੀ ਜਿਹੜੀ ਪ੍ਰਜਾ ਹੈ, ਜਿਹੜੇ ਉਸ ਦੇ ਲੋਕ ਨੇ, ਉਹਨਾਂ ਨੂੰ ਜਨਾਇਤ ਆਖਿਆ ਜਾਂਦਾ ਹੈ। ਜਨਾਇਤ ਤੋਂ ਭਾਵ ਹੁੰਦਾ ਹੈ ਵੀ ਉਸ ਦੀ ਬਣਾਈ ਹੋਈ ਸੰਗਤ। ਅਰਬੀ ਭਾਸ਼ਾ ਦਾ ਇਹ ਬਚਨ ਹੈ। ਸੋ ਮਤਲਬ ਇਹਦਾ ਬਣਦਾ ਜਮਾਇਤ। ਜਮਾਇਤ ਉਸ ਨੂੰ ਕਹਿੰਦੇ ਨੇ ਜਿਹੜਾ ਗੁਪਤ ਹੋਵੇ, ਉਸ ਨੂੰ ਕਿਹਾ ਜਾਂਦਾ। ਕਹਿਣ ਲੱਗੇ ਮੁਹੰਮਦ ਦੀ ਸੰਗਤ ਵੀ ਬੜੀ ਹੈ, ਜਿਹੜੀ ਗੁਪਤ ਹੋ ਜਾਂਦੀ, ਪ੍ਰਗਟ ਹੋ ਜਾਂਦੀ ਹੈ। ਕਿਆ ਕਹੀਏ ਇਸ ਬਾਤ ਕੋ ਕਿਆ ਕਿਸੈ ਸੁਨਾਵੇ। ਇਹਨਾਂ ਬਚਨਾਂ ਦੇ ਉੱਪਰ ਕਿੱਥੋਂ ਕੋ ਤੱਕ ਵਾਰਤਾਲਾਪ ਕਰੀਏ, ਅੰਤ ਕੋਈ ਨਹੀਂ ਹੈ। ਨਿਗੁਰੇ ਬੇਮੁਖ ਹੋਤ ਜੇ ਕਰਤੇ ਮਨ ਭਾਇਆ। ਜਿਹੜੇ ਨਗੁਰੇ ਲੋਕ ਨੇ ਉਹ ਬੇਮੁਖ ਹੁੰਦੇ ਤੇ ਮਨ ਭਾਉਂਦੇ ਕੰਮ ਮਾੜੇ ਕਰਦੇ ਹਨ। ਤਨ ਤਿਆਗਤ ਹੋਏ ਭੂਤ ਨੇ ਤਨ ਪ੍ਰੇਤ ਕੋ ਪਾਇਆ। ਜਿਹੜੇ ਮਨਮੁਖ ਨੇ ਉਹ ਮਨਮੁਖ ਬਣ ਕੇ ਫਿਰ ਮਾੜੇ ਕਰਮ ਕਰਦੇ, ਮਾੜੇ ਕਰਮ ਕਰਕੇ ਫਿਰ ਉਹ ਮਰ ਕੇ ਤੇ ਭੂਤ ਨੇ ਬਣਦੇ, ਪ੍ਰੇਤ ਬਣਦੇ। ਜਿਹਨੇ ਮਾੜਾ ਕਰਮ ਕੀਤਾ ਉਹ ਪ੍ਰੇਤ ਬਣੇਗਾ, ਭੂਤ ਬਣੇਗਾ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦਿੱਲੀ ਵਿੱਚ ਗਏ ਤੇ ਇੱਕ ਪ੍ਰੇਤ ਦੀ ਹਵੇਲੀ ਵਿੱਚ ਮਹਾਰਾਜ ਨੂੰ ਟਿਕਾਇਆ। ਰਾਤ ਨੂੰ ਪ੍ਰੇਤ ਮਹਾਰਾਜ ਦੀ ਸ਼ਰਨ ਵਿੱਚ ਆਇਆ, ਮਹਾਰਾਜ ਮੇਰਾ ਭਲਾ ਕਰੋ। ਸਤਿਗੁਰੂ ਕਹਿਣ ਲੱਗੇ ਵੀ ਪ੍ਰੇਤ ਦੀ ਜੂਨੀ ਕਿਵੇਂ ਮਿਲੀ ਹੈ? ਕਹਿਣ ਲੱਗਾ ਮਹਾਰਾਜ ਜਿਸ ਹਵੇਲੀ ਵਿੱਚ ਤੁਸੀਂ ਬੈਠੇ ਹੋ, ਇਹ ਹਵੇਲੀ ਮੈਂ ਬਣਾਈ ਤੇ ਮੇਰੇ ਭਰਾ ਨੇ ਬਣਾਈ ਹੈ।
ਜਦੋਂ ਹਵੇਲੀ ਤਿਆਰ ਹੋ ਗਈ, ਵੰਡਣ ਦਾ ਸਮਾਂ ਆ ਗਿਆ, ਤੇ ਮੈਂ ਆਖਿਆ ਵੀ ਇਹ ਤੇ ਮੇਰੀ ਇਕੱਲੇ ਦੀ ਆ, ਭਰਾ ਨੂੰ ਮੈਂ ਕੱਢ ਦਿੱਤਾ ਬਾਹਰ, ਤੂੰ ਬਾਹਰ ਚਲੇ ਜਾ। ਭਰਾ ਨੇ ਰਿਸ਼ਤੇਦਾਰ ਇਕੱਠੇ ਕੀਤੇ, ਪੰਚਾਇਤ ਇਕੱਠੀ ਕਰ ਲਈ, ਭਾਈ ਮੇਰਾ ਇਨਸਾਫ ਕਰੋ। ਜਦੋਂ ਸਾਰੇ ਪਰੇ ਪੰਚਾਇਤ ਮੇਰੇ ਸਾਹਮਣੇ ਬੈਠ ਗਈ ਤੇ ਫਿਰ ਮੈਨੂੰ ਸੱਚਾ ਹੋਣ ਵਾਸਤੇ ਫਿਰ ਝੂਠੀ ਸਹੁੰ ਖਾਣੀ ਪਈ। ਮੈਂ ਝੂਠੀ ਸਹੁੰ ਖਾਧੀ। ਪੰਚਾਇਤ ਨੇ ਹਵੇਲੀ ਮੈਨੂੰ ਦੇ ਦਿੱਤੀ ਵੀ ਇਹ ਬੰਦਾ ਸਹੁੰ ਖਾਂਦਾ, ਹਵੇਲੀ ਇਹਨੂੰ ਦੇ ਦਿਓ, ਤੇ ਦੂਜੇ ਨੂੰ ਘਰੋਂ ਬਾਹਰ ਕੱਢ ਦਿੱਤਾ। ਹੁਣ ਗੁਰਮੁਖੋ ਮਰਨਾ ਤੇ ਹੈ, ਦੁਨੀਆ ਤੋਂ ਜਾਣਾ ਤੇ ਹੈ। ਜਦੋਂ ਮੈਂ ਮਰਨ ਲੱਗਾ, ਮੇਰਾ ਧਿਆਨ ਹਵੇਲੀ ਵਿੱਚ ਰਹਿ ਗਿਆ ਵੀ ਇਸ ਹਵੇਲੀ ਵਾਸਤੇ ਮੈਂ ਝੂਠੀ ਸਹੁੰ ਖਾਧੀ ਹੈ, ਹੁਣ ਮਰਾਂਗਾ ਤੇ ਹਵੇਲੀ ਛੱਡਣੀ ਪੈ ਰਹੀ ਹੈ। ਪਰਮਾਤਮਾ ਨੇ ਮੈਨੂੰ ਇਸੇ ਹਵੇਲੀ ਵਿੱਚ ਪ੍ਰੇਤ ਬਣਾ ਕੇ ਟਿਕਾ ਦਿੱਤਾ। ਸਤਿਗੁਰੂ ਕਹਿ ਰਹੇ ਨੇ, ਕਹਿਣ ਲੱਗੇ ਜਿਹੜਾ ਬੰਦਾ ਮਾੜਾ ਕੰਮ ਕਰਦਾ ਹੈ ਨਾ, ਪਾਪ ਕਰਦਾ, ਝੂਠੀ ਸਹੁੰ ਖਾਂਦਾ, ਕਿਸੇ ਨਾਲ ਧੋਖਾ ਕਰਦਾ ਹੈ, ਉਹ ਮਰ ਕੇ ਫਿਰ ਜਾਂ ਭੂਤ ਬਣਦਾ ਤੇ ਜਾਂ ਪ੍ਰੇਤ ਬਣਦਾ। ਇਹ ਭੂਤ ਪ੍ਰੇਤ ਤਾਂ ਬਣਦੇ ਨੇ, ਕੋਈ ਉਹਨਾਂ ਨੂੰ ਇਨਾਮ ਨਹੀਂ ਮਿਲਿਆ ਵੀ ਉਹਨਾਂ ਨੇ ਚੰਗਾ ਕੰਮ ਕੀਤਾ ਤੇ ਭੂਤ ਪ੍ਰੇਤ ਬਣ ਗਏ। ਭੂਤ ਪ੍ਰੇਤ ਬਣਨਾ ਪਾਪ ਦਾ ਕੰਮ ਹੈ, ਵੀ ਉਹਨਾਂ ਨੇ ਪਾਪ ਕੀਤਾ ਤੇ ਤਾਂ ਇਸ ਜਨਮ ਦੇ ਵਿੱਚ ਆਏ ਹਨ। ਸੰਕਟ ਵਿਖੈ ਬਿਤਾਵਤੇ ਨਿਜ ਬੈਸ ਮਹਾਨੀ। ਜਿਹੜੇ ਭੂਤ ਪ੍ਰੇਤ ਨੇ ਆਪਣੀ ਸਾਰੀ ਉਮਰਾਂ ਦੁੱਖਾਂ ਵਿੱਚ ਹੀ ਕੱਟਦੇ ਨੇ, ਸੁੱਖ ਕੋਈ ਨਹੀਂ ਹੈ ਭੂਤ ਪ੍ਰੇਤਾਂ ਨੂੰ, ਹਰ ਵੇਲੇ ਤੜਫਦੇ ਰਹਿੰਦੇ। ਵਿਦਵਾਨਾਂ ਨੇ ਲਿਖਿਆ ਵੀ ਜਿਹੜਾ ਪ੍ਰੇਤ ਹੈ 1.25 ਮਣ ਖੂਨ ਪੀਣ ਦੀ ਪਿਆਸ ਰੱਖਦਾ, ਰੋਜ਼ 1.25 ਮਣ ਖੂਨ ਚਾਹੀਦਾ ਪੀਣ ਵਾਸਤੇ। ਪਰ ਪ੍ਰੇਤ ਦਾ ਮੂੰਹ ਰੱਬ ਨੇ ਸੂਈ ਦੇ ਨੱਕੇ ਜਿੰਨਾ ਬਣਾਇਆ, ਨਿੱਕਾ ਜਿਹਾ ਮੂੰਹ। ਸੂਈ ਦੇ ਵਿੱਚ ਆਪਾਂ ਧਾਗਾ ਪਾਉਂਦੇ ਆ ਨਾ, ਕਿੰਨਾ ਕੁ ਸੁਰਾਖ ਹੁੰਦਾ, ਇੰਨਾ ਕੁ ਮੂੰਹ ਹੈ। ਇੰਨੇ ਕੁ ਨਿੱਕੇ ਮੂੰਹ ਦੇ ਵਿੱਚੋਂ 1.25 ਮਣ ਖੂਨ ਕਿਵੇਂ ਨਿਕਲੇਗਾ? ਭਾਵ ਇਹ ਹੈ ਵੀ ਪ੍ਰੇਤ ਸਾਰੀ ਉਮਰ ਪਿਆਸਾ ਹੀ ਰਹਿੰਦਾ, ਤੜਫਦਾ ਹੀ ਰਹਿੰਦਾ, ਮਰਦਾ ਹੀ ਰਹਿੰਦਾ। ਐਸੇ ਇਹਨਾਂ ਭੂਤ ਪ੍ਰੇਤਾਂ ਨੂੰ ਦੁੱਖ ਮਿਲਦੇ ਹਨ। ਗੁਰਬਿਨ ਕਿਮ ਸੁਖ ਕੋ ਲਹੈ ਅੰਧੇ ਅਗਿਆਨੀ। ਭਾਈ ਗੁਰੂ ਤੋਂ ਬਿਨਾ ਨਾ ਕਿਸੇ ਨੂੰ ਸੁਖ ਮਿਲਿਆ, ਨਾ ਕੋਈ ਸੁਖ ਲੈਂਦਾ ਹੈ। ਅਗਿਆਨੀ ਪੁਰਸ਼ ਦੁੱਖ ਪਾਉਂਦੇ ਹਨ। ਸੁਨ ਸਿੱਖਨ ਗੁਰ ਕੋ ਬਚਨ ਮਨ ਵਿਖੈ ਬਿਆਸਾਇਓ। ਤਾਂ ਸਿੱਖਾਂ ਨੇ ਬਚਨ ਸੁਣਿਆ ਮਹਾਰਾਜ ਜੀਆਂ ਦਾ ਉਸ ਵੇਲੇ ਤੇ ਹਿਰਦੇ ਵਿੱਚ ਵਸਾਇਆ ਹੈ। ਧੰਨ ਪ੍ਰਭੂ ਪੂਰਨ ਕਲਾ ਤੁਮ ਸਕਲ ਬਤਾਇਓ। ਸਤਿਗੁਰੂ ਤੁਸੀਂ ਸਮਰੱਥ ਹੋ ਤੇ ਜੋ ਕਹਿੰਦੇ ਆਪ ਜੀ ਨੇ ਬੜੇ ਸੱਚੇ ਬਚਨ ਆਖੇ ਹਨ। ਪਰੇ ਸ਼ਰਨ ਤੁਮਰੀ ਮਲਨ ਲਿਹੋ ਆਪ ਸੁਧਾਰੀ। ਸਤਿਗੁਰੂ ਅਸੀਂ ਮੈਲੇ ਹਾਂ। ਸੰਗਤ ਨੇ ਬਚਨ ਕੀਤਾ ਵੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਅਸੀਂ ਮੈਲੇ ਹਾਂ, ਤੁਹਾਡੀ ਸ਼ਰਨ ਵਿੱਚ ਆ ਕੇ ਪੈ ਗਿਆ, ਸਾਨੂੰ ਧੋ ਲਓ ਮਹਾਰਾਜ, ਸਾਨੂੰ ਸਾਫ਼ ਕਰ ਲਓ, ਸਾਡੀ ਮੈਲ ਲਾ ਕੇ ਤੇ ਸਾਨੂੰ ਸੁੰਦਰ ਬਣਾਉਣਾ ਕਰੋ। ਕਿਆ ਜਾਣੈ ਨਰ ਮੰਦ ਮਤ ਗਤ ਅਗਮ ਅਪਾਰੀ। ਸਤਿਗੁਰੂ ਅਸੀਂ ਤੇ ਮੰਦੀ ਮਤ ਵਾਲੇ ਆ, ਤੁਹਾਡੀ ਗਤ ਮਿਤ ਮਰਿਆਦਾ ਨੂੰ ਕਿਵੇਂ ਜਾਣ ਸਕਦੇ ਹਾਂ? ਕਿਤਕ ਦਿਓਸ ਦੁਰ ਪਿਛਰ ਹੈ ਦਿਓ ਆਪ ਬਤਾਈ। ਸਤਿਗੁਰੂ ਪਾਤਸ਼ਾਹ ਨੂੰ ਪੁੱਛਿਆ ਮਹਾਰਾਜ ਕਿੰਨਾ ਕੁ ਸਮਾਂ ਇਹ ਦੁਰਭੇਸ਼ ਤੋਂ ਭਾਵ ਹੈ ਵੀ ਕਾਲ ਪਵੇਗਾ ਦੁਨੀਆ ਤੇ, ਅੰਨ ਦਾ ਖਾਤਮਾ ਹੋਵੇਗਾ, ਪਾਣੀ ਦਾ ਖਾਤਮਾ ਹੋਵੇਗਾ, ਕਦੋਂ ਸਮਾਂ ਆਵੇਗਾ, ਕਿੰਨਾ ਸਮਾਂ ਲੱਗੇਗਾ, ਦੱਸਣਾ ਕਰੋ। ਅੰਨ ਥੁਰਿਓ ਸਭ ਦੇਸ਼ ਤੇ ਡੁੱਲ ਗਈ ਲੁਕਾਈ। ਤੇ ਮਹਾਰਾਜ ਨੂੰ ਪੁੱਛਿਆ ਵੀ ਸਤਿਗੁਰੂ ਪਾਤਸ਼ਾਹ ਅੰਨ ਮੁੱਕ ਗਿਆ ਤੇ ਦੁਨੀਆ ਦੇ ਲੋਕ ਡੋਲ ਗਏ ਹਾਂ। ਸ਼੍ਰੀ ਮੁਖ ਤੇ ਕਹਿ ਬਾਗ ਕੋ ਦੁਖ ਕਾਲ ਬਿਤਾਇਓ। ਸਤਿਗੁਰੂ ਪਾਤਸ਼ਾਹ ਨੇ ਆਖਿਆ, ਕਹਿਣ ਲੱਗੇ ਭਾਈ ਇਸ ਵੇਲੇ ਦੁੱਖ ਦਾ ਸਮਾਂ ਹੈ। ਬਰਖੈ ਘਨ ਸਭ ਭੂਮ ਪਰ ਅਬ ਸਮਾਂ ਸੁਆਇਓ। ਸਮਾਂ ਆਵੇਗਾ, ਬਰਸਾਤ ਹੋਵੇਗੀ, ਕਾਲ ਦਾ ਦੁੱਖ ਦੂਰ ਹੋ ਜਾਵੇਗਾ। ਦੋਹਰਾ ਸੁਨ ਸਿੰਘਨ ਕਰ ਜੋਰ ਕਰ ਧਰ ਪੱਗ ਪੰਕਜ ਸੀਸ। ਇਸ ਤਰ੍ਹਾਂ ਮਹਾਰਾਜ ਦੇ ਕੋਲੋਂ ਬਚਨ ਸੁਣ ਕੇ ਸੰਗਤਾਂ ਨੇ, ਸਿੱਖਾਂ ਨੇ ਪਾਤਸ਼ਾਹ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਹੈ। ਧੰਨ ਧੰਨ ਸਗਰੇ ਭਨੈ ਜਾਨ ਰੂਪ ਜਗਦੀਸ਼। ਸਾਰੇ ਆਖਦੇ ਮਹਾਰਾਜ ਆਪ ਜੀ ਧੰਨ ਹੋ, ਆਪ ਜੀ ਧੰਨ ਹੋ, ਆਪ ਜੀ ਪਰਮੇਸ਼ਰ ਦਾ ਰੂਪ ਹੋ। ਇਸ ਤਰ੍ਹਾਂ ਸਿੱਖਾਂ ਨੇ, ਸੰਗਤਾਂ ਨੇ ਮਹਾਰਾਜ ਸਾਹਿਬ ਜੀ ਨੂੰ ਬੇਨਤੀ ਕੀਤੀ। ਸਤਿਗੁਰਾਂ ਨੇ ਇਸ ਸਾਖੀ ਵਿੱਚ ਸ਼ਹੀਦਾਂ ਦੀ ਜਿਹੜੀ ਤਾਕਤ ਹੈ ਉਹਦੇ ਬਾਰੇ ਦੱਸਿਆ। ਹੁਣ ਮਹਾਰਾਜ ਦੇ ਕੋਲ ਇੱਕ ਲੜਕਾ ਆਇਆ, ਸੁਨਿਆਰਿਆਂ ਦਾ ਲੜਕਾ ਹੈ, 10ਵੇਂ ਪਾਤਸ਼ਾਹ ਦੇ ਕੋਲ ਆਇਆ। ਇਹ ਲੜਕਾ ਮਹਾਰਾਜ ਨੂੰ ਕੀ ਸਵਾਲ ਕਰੇਗਾ, ਸਤਿਗੁਰੂ ਕੀ ਅੱਗੋਂ ਬਚਨ ਕਰਨਗੇ, ਉਹ ਆਪਾਂ ਅਗਲੇ ਦੀਵਾਨ ਵਿੱਚ ਸਰਵਣ ਕਰਾਂਗੇ। ਭੁੱਲਾਂ ਦੀ ਮੁਆਫੀ, ਲੇਖਾ ਕਤਹਿ ਨਾ ਛੂਟੀ ਹੈ, ਬਖਸ਼ਣ ਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਸਾਹਿਬ ਜੀ। ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਗੁਰ ਪਾਸ ਬਿਨ